ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ। ਯੂਕੇ, ਯੂਰਪ ਅਤੇ ਬਾਕੀ ਦੇਸ਼ਾਂ ਦੇ ਵਿੱਚ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਤਰਸੇਮ ਕੌਲ ਅੱਜ ਫਿਰ ਆਪ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਔਰ ਪਹਿਲਾਂ ਹੀ ਤਰ੍ਹਾਂ ਫੀਡਬੈਕ ਵੀ ਕਰੋਗੇ। ਇਹ ਲੋਟਸ ਟੀਵੀ ਜੋ ਹੈ ਕਾਂਸ਼ੀ ਟੀਵੀ 772 ਤੇ ਸਕਾਈ ਤੇ ਤੁਸੀਂ ਦੇਖ ਸਕਦੇ ਹੋ। ਕਾਂਸ਼ੀ ਟੀਵੀ ਦੇ ਮਾਧਿਅਮ ਤੋਂ ਆਪ ਦੇ ਲਈ ਪੇਸ਼ ਕੀਤਾ ਜਾਂਦਾ ਹੈ। ਇਹ ਜੋ ਲੋਟਸ ਟੀਵੀ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਤਥਾਗਤ ਬੁੱਧ ਦੇ ਧੰਮ ਦੀ ਇਹ ਗੱਲ ਕਰਦਾ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਪ੍ਰਚਾਰ ਔਰ ਪ੍ਰਸਾਰ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ 54ਵੀਂ ਅੱਜ ਚੋਣ ਵੀ ਹੋਈ ਹੈ। ਉਸ ਬਾਰੇ ਵੀ ਅਸੀਂ ਚਰਚਾ ਕਰਾਂਗੇ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਜੋ ਵਰ੍ਹੇਗੰਢ ਮਨਾਈ ਗਈ ਹੈ ਕੱਲ੍ਹ, ਉਸ ਦੀ ਵੀ ਚਰਚਾ ਕਰਾਂਗੇ। ਤੋਂ ਕਮੇਟੀ ਦੇ 54ਵੀਂ ਵਰ੍ਹੇ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ। ਤੋਂ ਅੱਜ ਮੇਰੇ ਨਾਲ ਸਾਥ ਦੇਣ ਲਈ ਲੋਟਸ ਟੀਵੀ ਦੇ ਸਟੂਡੀਓ ਵਿੱਚ ਕਾਫੀ ਅੱਜ ਰੌਣਕ ਹੈ। ਅਤੇ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰੋਫੈਸਰ ਗੌਰਵ ਪਠਾਨੀਆ ਜੀ ਜੋ USA ਤੋਂ ਵਰਜੀਨੀਆ ਈਸਟਰਨ ਮੈਨੇਟੋਬਾ ਯੂਨੀਵਰਸਿਟੀ ਤੋਂ ਹਾਜ਼ਰ ਹੋਏ ਹਨ ਲੋਟਸ ਟੀਵੀ ਦੇ ਸਟੂਡੀਓ ਵਿੱਚ। ਲੋਟਸ ਟੀਵੀ ਦੇ ਸਟੂਡੀਓ ਵਿੱਚ ਗੌਰਵ ਜੀ, ਪ੍ਰੋਫੈਸਰ ਸਾਹਿਬ, ਤੁਹਾਡਾ ਆਇਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸਵਾਗਤ। ਜੈ ਭੀਮ ਸਾਰਿਆਂ ਨੂੰ। ਲੋਟਸ ਟੀਵੀ ਅਤੇ ਕਾਂਸ਼ੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਭੀਮ ਅਤੇ ਬੜਾ ਪਿਆਰ ਸਤਿਕਾਰ ਸਾਰਿਆਂ ਨੂੰ। ਇਹ ਬਹੁਤ ਧੰਨਵਾਦ ਜੀ ਤੁਹਾਡਾ। ਹਾਂ, ਥੈਂਕ ਯੂ ਬਹੁਤ ਬਹੁਤ। ਹਾਂ, ਫਿਰ ਵੀ ਤੁਹਾਡੇ ਵੱਲ ਆਉਂਦੇ ਹਾਂ, ਆਪਾਂ ਕੁਝ ਜਾਣਕਾਰੀ ਲੈਂਦੇ ਹਾਂ ਤੁਹਾਡੇ ਕੋਲ ਕਿਸ ਮਕਸਦ ਲਈ ਤੁਸੀਂ ਆਏ ਹੋ। ਇਹ ਤੋਂ ਪਹਿਲਾਂ ਵੀ ਆਪ ਸਾਡੇ ਦੇਵ ਸੁਮਨ ਜੀ ਤੁਹਾਡਾ ਵੀ ਲੋਟਸ ਟੀਵੀ ਦੇ ਆਇਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਕੌਲ ਸਾਹਿਬ। ਨਮੋ ਬੁੱਧਾ, ਜੈ ਭੀਮ। ਮਹਾਕਾਰਨਿਕ ਤਥਾਗਤ ਭਗਵਾਨ ਬੁੱਧ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਪਰਮ ਪੂਜੇ ਬੋਧੀ ਸਤਵ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਕੋਟੀ ਪ੍ਰਣਾਮ। ਯੂਕੇ, ਯੂਰਪ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਨਮੋ ਧੰਮਾਏ, ਨਮੋ ਸੰਗਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਅਤੇ ਕਿ ਜਿਹੜੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ 54ਵੀਂ ਵਰ੍ਹੇਗੰਢ ਮਨਾਈ ਗਈ ਔਰ ਉਹਦੀ 54ਵੀਂ ਇਲੈਕਸ਼ਨ ਵੀ ਹੋਈ ਬੜੇ ਹੀ ਕਨਸਟੀਟਿਊਸ਼ਨ ਤਰੀਕੇ ਦੇ ਨਾਲ, ਲੋਕਤੰਤਰ ਤਰੀਕੇ ਦੇ ਨਾਲ ਹੋਈ। ਤਾਂ ਉਹਦੀਆਂ ਵੀ ਸਾਰੇ ਦਰਸ਼ਕਾਂ ਨੂੰ, ਸਾਰੇ ਸਪੋਰਟਰਾਂ ਨੂੰ, ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜਿਨ੍ਹਾਂ ਨੇ ਬਜ਼ੁਰਗਾਂ ਨੇ ਸ਼ੁਰੂ ਕੀਤੀ ਜੋ ਸਾਡੇ ਵਿੱਚ ਅੱਜ ਨਹੀਂ ਹੈ, ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਅਤੇ ਜਿਹੜੇ ਮੈਂਬਰ ਸਾਡੇ ਵਿੱਚ ਹੈ ਅਤੇ ਉਹਨਾਂ ਨੂੰ ਵੀ ਨਮਨ ਕਰਦਾ ਹਾਂ ਅਤੇ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹੈ। ਅਤੇ ਉਹਦੇ ਨਾਲ ਹੀ ਨਾਲ ਜਿੱਦਾਂ ਤੁਸੀਂ ਦੱਸਿਆ ਕਿ ਸਾਡੇ ਪ੍ਰੋਫੈਸਰ ਗੌਰਵ ਪਠਾਨੀਆ ਸਪੈਸ਼ਲੀ USA ਤੋਂ ਆਏ ਹੈ ਅਤੇ ਗੌਰਵ ਪਠਾਨੀਆ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਲੋਟਸ ਟੀਵੀ 'ਤੇ। ਉਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੱਲੋਂ ਤੁਹਾਡਾ ਵੈਲਕਮ ਹੈ, ਸਵਾਗਤ ਹੈ ਅਤੇ ਧੰਨਵਾਦ ਹੈ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਤਾਂ ਕਮੇਟੀ ਦੇ ਨਾਲ ਤੁਸੀਂ ਆਏ ਹੋ ਅਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਸੁਮਨ ਜੀ। ਅਤੇ ਇਹਦੇ ਨਾਲ ਹੀ ਸਾਡੇ ਲੰਡਨ ਤੋਂ ਸਤਪਾਲ ਮੰਮਨ ਜੀ ਨੂੰ ਤੁਸੀਂ ਜਾਣਦੇ ਹੋ, ਜਾਣੀ ਪਛਾਣੀ ਯੂਕੇ ਦੀ ਹਸਤੀ ਹੈ। ਤਾਂ ਸਤਪਾਲ ਮੰਮਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਲੋਟਸ ਟੀਵੀ ਦੇ ਆਇਆਂ ਦਾ। ਨਾਲ ਬੇਨਤੀ ਕਰਦਾ ਜਾਵਾਂ ਕਿ ਪ੍ਰੋਫੈਸਰ ਗੌਰਵ ਜੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਜ਼ਰੂਰ ਦਿਓ ਜੀ। ਹਾਂ ਕੌਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਅੱਜ ਸਟੂਡੀਓ ਦੇ ਵਿੱਚ ਸੱਦਿਆ ਔਰ ਸਾਨੂੰ ਮੌਕਾ ਦਿੱਤਾ ਲੋਟਸ ਟੀਵੀ ਦੇ ਜਿਹੜੇ ਵਿਊਅਰਸ ਹਨ ਔਰ ਕਾਂਸ਼ੀ ਟੀਵੀ 'ਤੇ ਜਿਹੜੇ ਸਾਡੇ ਸਾਥੀ ਦੇਖਦੇ ਹਨ ਉਹਨਾਂ ਦੇ ਨਾਲ ਮੁਲਾਕਾਤ ਔਰ ਗੱਲਬਾਤ ਕਰਨ ਦਾ ਸਾਨੂੰ ਟਾਈਮ ਦਿੱਤਾ। ਔਰ ਪਹਿਲਾਂ ਤਾਂ ਮੈਂ ਤੁਹਾਨੂੰ ਮੈਮੋਰੀਅਲ ਕਮੇਟੀ ਨੂੰ ਬਹੁਤ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਅੱਜ ਇਲੈਕਸ਼ਨ 54th ਇਲੈਕਸ਼ਨ ਜਿਹੜਾ ਕੀਤਾ ਆਫ ਦੀ ਅੰਬੇਦਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ। ਐਂਡ ਜਿੱਦਾਂ ਤੁਸੀਂ ਦੱਸਿਆ ਇਟ ਵਾਜ਼ ਅ ਵੈਰੀ ਪੀਸਫੁਲ ਡੈਮੋਕ੍ਰੈਟਿਕ ਇਲੈਕਸ਼ਨ। ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ ਐਂਡ ਅ ਲੈਸਨ ਫॉर एवरीवन that all elections should be held peacefully and democratically, and I congratulate the Ambedkar Memorial Committee for a successful outcome.
ਦੂਸਰਾ ਹੈਗਾ ਕਿ ਤੁਸੀਂ ਆਪਣੇ ਗੌਰਵ ਪਠਾਨੀਆ ਹੁਣਾਂ ਜੀ ਦਾ ਜ਼ਿਕਰ ਕੀਤਾ, ਜਿਹੜਾ ਕਿ ਆਪਣੇ ਇੱਥੇ ਵਿੱਚ ਵਿਰਾਜਮਾਨ ਹਨ ਜੀ ਔਰ ਉਹਨਾਂ ਦਾ ਇੰਟਰੋਡਕਸ਼ਨ ਆਪਾਂ ਗੱਲਾਂ ਬਾਤਾਂ ਵਿੱਚ ਕਰਾਂਗੇ, ਲੇਕਿਨ ਪ੍ਰੋਫੈਸਰ ਗੌਰਵ ਪਠਾਨੀਆ ਇਜ਼ ਅ ਪ੍ਰੋਫੈਸਰ ਆਫ ਸੋਸ਼ੀਓਲੋਜੀ ਐਂਡ ਪੀਸ ਐਂਡ ਇਨ ਵਰਜੀਨੀਆ ਸਟੇਟ ਯੂਨੀਵਰਸਿਟੀ, ਜਿੱਦਾਂ ਤੁਸੀਂ ਇੰਟਰੋਡਕਸ਼ਨ ਦਿੱਤਾ। ਹਾਂਜੀ 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 ਔਰ ਇਹ ਬਿਕਾਜ਼ ਉਹ ਐਕੈਡੈਮਿਕ ਹੈ, ਪ੍ਰੋਫੈਸਰ ਆ, ਕਿਤਾਬਾਂ ਪੜ੍ਹਦੇ ਹਨ, ਲੈਕਚਰ ਕਰਦੇ ਹਨ, ਤਾਂ ਉਹਨਾਂ ਨੇ ਕੋਈ ਸਪੈਸ਼ਲ ਖਾਸ ਇੰਟਰਸਟ ਲਿਆ ਹੈਗਾ ਜੀ, ਕਿ ਜੀ। ਜਿਹੜੀ ਅੰਬੇਦਕਰ ਰਾਈਟ ਮੂਵਮੈਂਟ ਹੈਗੀ ਯੂਨਾਈਟਿਡ ਕਿੰਗਡਮ ਦੇ ਵਿੱਚ, ਜੀ, ਜਿਸ ਜੀ। ਦੇ ਬਾਰੇ ਆਪਾਂ ਆਪਣੇ ਕਰਾਂਗੇ। ਚਰਚਾ ਕਰਾਂਗੇ ਇਸ ਜੀ, ਇਸ ਮੀਟਿੰਗ ਦੇ ਵਿੱਚ। ਜੀ, ਤਾਂ ਜੀ। ਹੌਲੀ ਹੌਲੀ ਆਪਣੇ ਦਰਸ਼ਕ ਜਿਹੜੇ ਹੈਗੇ ਆ ਉਹ ਸੁਣਨਗੇ ਔਰ ਆਪਣੀ ਵੀ ਡਿਸਕਸ਼ਨ ਹੋਗੀ ਥੋੜੀ ਥੋੜੀ, ਜੀ ਜੀ ਔਰ ਜੀ। ਜਿੱਦਾਂ ਵੀ ਕੋਈ ਸਵਾਲ ਕੋਈ ਉਠਾਏਗਾ ਤਾਂ ਉਹਦਾ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਹਾਂਜੀ, ਕਰਾਂਗੇ। ਹਾਂਜੀ। ਔਰ ਤੁਹਾਡਾ ਸ਼ੁਕਰੀਆ ਅਗੇਨ ਫॉर Thank ਵੈਲਕਮਿੰਗ ਬੋਥ ਪ੍ਰੋਫੈਸਰ ਗੌਰਵ ਪਠਾਨੀਆ ਐਂਡ ਆਲਸੋ ਵੈਲਕਮਿੰਗ ਮੀ ਐਜ਼ ਵੈਲ ਇਨ ਦ ਸਟੂਡੀਓ। ਬਹੁਤ ਬਹੁਤ ਧੰਨਵਾਦ ਜੀ ਸਤਪਾਲ ਜੀ, ਸਤਪਾਲ ਮੰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਬੜਾ ਕੀਮਤੀ ਆਪਣਾ ਵਕਤ ਕੱਢ ਕੇ ਆਏ ਆ, ਸਾਨੂੰ ਪਤਾ ਤੁਸੀਂ ਬਹੁਤ ਬਿਜ਼ੀ ਆ। ਕਿਉਂ ਨਹੀਂ ਆਪਾਂ ਸੁਮਨ ਜੀ ਕਿ ਆਪਾਂ ਜੋ ਅੱਜ ਚੋਣ ਹੋਈ ਹੈ ਜੀ ਜੀ ਕਮੇਟੀ ਦੀ, ਜੀ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਇੱਕ ਔਰਤ, ਹਾਂਜੀ, ਰੇਖਾ ਪੌਲ ਜੀ ਫਿਰ ਪ੍ਰਧਾਨ ਬਣੇ ਹਨ। ਤੋ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਬਾਕੀ ਟੀਮ ਦੀ ਵੀ ਥੋੜਾ ਜਿਹਾ ਤੁਸੀਂ ਨਾਮ ਲਿਓ ਤਾਂ ਅੱਜ ਕਿਹੜੀ ਕਿਹੜੀ ਟੀਮ ਚੁਣੀ ਗਈ ਹੈ। ਬਿਲਕੁਲ, ਥੈਂਕ ਯੂ ਕੌਲ ਸਾਹਿਬ, ਤੇ ਤੁਸੀਂ ਬਹੁਤ ਵਧੀਆ ਇਹ ਪ੍ਰੋਗਰਾਮ ਜੋ ਲੈ ਕੇ ਆਏ ਆ। ਤੇ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਕਮੇਟੀ 55ਵੀਂ ਆਪਣੀ ਵਰ੍ਹੇਗੰਢ ਮਨਾ ਰਹੀ ਹੈ, ਵਾਹ। ਤੇ ਉਹਦੀਆਂ ਸਾਰਿਆਂ ਨੂੰ ਸਪੋਰਟਰਾਂ ਨੂੰ, ਮੈਂਬਰਾਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਉਹਦੇ ਨਾਲ ਨਾਲ ਧੰਨਵਾਦ, ਜੀ। ਕਿਉਂਕਿ 54 ਸਾਲ ਤੁਸੀਂ ਸਪੋਰਟ ਕਰਦੇ ਆ ਰਹੇ ਹੋ, ਤੇ ਮੈਨੂੰ ਪਤਾ ਆ ਕਿ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਤੁਹਾਡਾ ਪਿਆਰ ਆ। ਬਾਬਾ ਸਾਹਿਬ ਦਾ ਮਿਸ਼ਨ ਜੋ ਹੈ ਉਹ ਤੁਸੀਂ ਚਾਹੁੰਦੇ ਆ ਕਿ ਬਾਬਾ ਸਾਹਿਬ ਦਾ ਮਿਸ਼ਨ ਫੈਲੇ, ਦੁਨੀਆ ਸੰਸਾਰ ਭਰ ਦੇ ਵਿੱਚ ਫੈਲੇ। ਜੀ। ਤੇ ਇਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜੋ ਪੂਰੀ ਆਪਣੇ ਤਾਕਤ ਦੇ ਨਾਲ ਉੱਤੇ ਕੰਮ ਕਰ ਰਹੀ ਆ। ਜੀ ਜੀ। ਤੇ ਉਹਦੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਰਾਤੀ ਉੱਥੇ ਇੱਕ ਸੋਸ਼ਲ ਈਵਨਿੰਗ ਮਨਾਈ ਗਈ। ਬਣਾਈ ਗਈ, ਹਾਂਜੀ। ਸੋਸ਼ਲ ਈਵਨਿੰਗ ਦੇ ਵਿੱਚ ਬੜਾ ਹੀ ਖੁਸ਼ੀਆਂ ਦੇ ਨਾਲ, ਚਾਵਾਂ ਦੇ ਨਾਲ, ਧੂਮ-ਧਾਮ ਦੇ ਨਾਲ ਮਨੋਰੰਜਨ ਵੀ ਹੋਇਆ, ਕਮੇਟੀ ਦੇ ਕੰਮਾਂ ਦੇ ਉੱਪਰ ਚਰਚਾ ਵੀ ਹੋਈ। ਤਾਂ ਬਹੁਤ ਸੋਹਣੇ ਤਰੀਕੇ ਨਾਲ ਕੱਲ ਰਾਤੀ ਮਨਾਈ ਗਈ। ਜੀ। ਤੇ ਉਹਦੇ ਵਿੱਚ ਮੈਂ ਸਪੈਸ਼ਲ ਧੰਨਵਾਦ ਕਰਦਾ ਜਾਵਾਂ ਜੀ, ਜੀ। ਕਿ ਸੋਹਣ ਲਾਲ ਰੱਤੂ ਜੀ ਦਾ। ਹਾਂ, ਸੋਹਣ ਲਾਲ ਠੀਕ। ਰੱਤੂ ਜੀ ਸਾਡੇ ਫਾਊਂਡਰ ਮੈਂਬਰ ਨੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ। ਤੇ ਸਾਰੇ ਮੈਂਬਰਾਂ ਨੂੰ ਕੋਟੀ ਕੋਟੀ ਪ੍ਰਣਾਮ, ਜੀ। ਜਿਨ੍ਹਾਂ ਨੇ ਇਹ ਕਮੇਟੀ ਨੂੰ ਸ਼ੁਰੂ ਕੀਤਾ। ਜੀ ਜੀ। ਤੇ ਰਾਤੀ ਉਹਨਾਂ ਦੇ ਪਰਿਵਾਰ ਵੱਲੋਂ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਆਪਣੇ ਜਿੰਨਾ ਵੀ ਭੋਜਨ ਦਾ ਪ੍ਰਬੰਧ ਕੀਤਾ ਗਿਆ, ਜੀ, ਉਹਨਾਂ ਜੀ। ਵੱਲੋਂ ਕੀਤਾ ਗਿਆ ਸੀ। ਤੇ ਉਹਨਾਂ ਦੀਆਂ ਵੀ ਯਾਦਾਂ ਜਿਹੜੀਆਂ ਆ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਨਾਲ ਜੁੜੀਆਂ ਹੋਈਆਂ ਨੇ। ਕਿਉਂਕਿ ਮੈਂ ਇੱਥੇ ਦੱਸਦਾ ਜਾਵਾਂ ਸਾਰੇ ਦਰਸ਼ਕਾਂ ਨੂੰ ਕਿ ਉਹਨਾਂ ਦੇ ਜਿਹੜੇ ਪਰਿਵਾਰ ਦੇ ਰਿਸ਼ਤੇ ਜਾਂ ਹੋਰ ਕੋਈ ਫੰਕਸ਼ਨ ਹੈ ਤੇ ਉਹਨਾਂ ਨੇ ਹਮੇਸ਼ਾ ਇਸ ਡੇਟ ਨੂੰ ਹੀ ਕਰਵਾਏ, ਹਾਂਜੀ। ਤਾਂ ਕਿ ਉਹਨਾਂ ਨੂੰ ਹਮੇਸ਼ਾ ਯਾਦ ਰਹੇ ਯਾਦ ਕਿ ਰਹੇ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ 19 ਜੁਲਾਈ 1969 ਨੂੰ ਸਥਾਪਿਤ ਕੀਤੀ ਗਈ ਸੀ। ਤੇ ਕੀਤੀ ਗਈ ਸੀਗੀ। ਤੇ ਕੋਟੀ ਕੋਟੀ ਪ੍ਰਣਾਮ ਕਰਦਾ ਕਿ ਉਹਨਾਂ ਅੰਕਲ ਜੀ ਨੂੰ, ਬਜ਼ੁਰਗ ਨੂੰ, ਜਿਨ੍ਹਾਂ ਦੀ ਚੇਅਰਮੈਨਸ਼ਿਪ ਥੱਲੇ ਕਮੇਟੀ ਤਿਆਰ ਕੀਤੀ ਗਈ ਸੀਗੀ, ਤੇ ਗੁਰਬਚਨ ਲਾਲ ਦਾਦਰਾ ਜੀ, ਕੋਟੀ ਕੋਟੀ ਨਮਨ ਉਹਨਾਂ ਨੂੰ ਕਰਦੇ ਆ। ਤੇ ਕੋਟੀ ਕੋਟੀ ਨਮਨ ਉਹਨਾਂ ਸਾਰੇ 9 ਮੈਂਬਰਾਂ ਨੂੰ। ਤੇ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ 9 ਮੈਂਬਰਾਂ ਨੇ ਸਟਾਰਟ ਕੀਤਾ ਸੀ, ਜੀ। ਅਕੇਲੇ ਹੀ ਚਲੇ ਥੇ ਜਾਨਵੇ ਮੰਜ਼ਿਲ, ਹਾਂ। ਲੋਕ ਮਿਲਤੇ ਗਏ, ਕਾਰਵਾਂ ਬਣਤਾ ਗਿਆ। ਤੇ ਇਹ ਜਿਹੜੀ ਕਮੇਟੀ ਦੀ ਤਰੱਕੀ ਆ, ਜੀ। ਇਹ ਤਰੱਕੀ ਐਵੇਂ ਹੀ ਨਹੀਂ ਹੋ ਗਈ, ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ। ਔਰ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਡੈਡੀਕੇਸ਼ਨ ਦੇ ਨਾਲ ਜੀ। ਇਹ ਤਰੱਕੀ ਹੋਈ ਆ। ਤੇ ਕਿਸੇ ਸ਼ਾਇਰ ਨੇ ਬਹੁਤ ਹੀ ਸੋਹਣਾ ਲਿਖਿਆ, ਜੀ। ਜੂੰ ਹੀ ਨਹੀਂ ਮਿਲ ਜਾਤੀ ਰਾਹੀ ਕੋ ਮੰਜ਼ਿਲ, मंजिल। दिल वाह। में एक जनूर सा जगाना पड़ता है, पड़ता है। वाह वाह। चिड़िया को पूछा कैसे बना तेरा आशियाना, आशियाना। तो बोली भरनी पड़ती है उड़ान बार बार, हाँ। तिनका तिनका उठाना पड़ता है। सही ਕੋਟੀ ਕੋਟੀ ਪ੍ਰਣਾਮ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਇੰਨੀ ਲਗਨ ਦੇ ਨਾਲ ਇਹ ਕੰਮ ਕੀਤਾ। ਔਰ ਕੋਟੀ ਕੋਟੀ ਨਮਨ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕਮੇਟੀ ਦਾ ਸਾਥ ਦਿੱਤਾ। ਤੇ ਅੱਜ ਕਮੇਟੀ ਜੋ ਉਸ ਮੁਕਾਮ ਤੇ ਪਹੁੰਚੀ ਆ, ਤੇ ਇਹ ਸਾਡੀਆਂ ਭੈਣਾਂ ਦਾ, ਉਹ ਸਾਡੇ ਬਜ਼ੁਰਗਾਂ ਦਾ, ਸਾਡੇ ਸਪੋਰਟਰਾਂ ਦਾ, ਸਾਰਿਆਂ ਦਾ ਯੋਗਦਾਨ ਇਹਦੇ ਵਿੱਚ ਆ। ਤੇ ਕੱਲਾ ਕੱਲਾ ਮਤਲਬ ਖੂਨ ਪਸੀਨੇ ਦੀ ਕਮਾਈ ਦੇ ਨਾਲ ਅੱਜ ਅਸੀਂ ਬਾਬਾ ਸਾਹਿਬ ਦਾ ਜੋ ਨਾਂ ਆ
ਜਿਹੜਾ ਵਿਸ਼ਵ ਰਤਨ ਨਾਮ ਬਣਿਆ ਜੀ ਜੀ ਤਾਂ ਇਹ ਤੁਹਾਡੇ ਸਾਰਿਆਂ ਦੇ ਕਰਕੇ ਅੱਜ ਬਾਬਾ ਸਾਹਿਬ ਵਿਸ਼ਵ ਰਤਨ ਨੇ, ਕਿਉਂਕਿ ਉਹਨਾਂ ਨੂੰ ਬਾਹਰ ਵੈਸਟਰਨ ਦੇ ਵਿੱਚ ਆਊਟਸਾਈਡ ਆਫ ਇੰਡੀਆ ਤੇ ਤੁਹਾਡੇ ਵਰਗੇ ਸਾਡੇ ਗੌਰਵ ਜੀ ਆ, ਸਾਡੇ ਸਤਪਾਲ ਮੁੰਮਨ ਜੀ ਆ, ਪ੍ਰੋਫੈਸਰ ਗੌਰਵ ਜੀ ਆ, ਇਹਨਾਂ ਨੇ ਬਾਬਾ ਸਾਹਿਬ ਦੇ ਨਾਂ ਨੂੰ ਅੱਗੇ ਵੀ ਲੈ ਕੇ ਜਾਣਾ ਤੇ ਅੱਜ ਤਾਂ ਇੱਥੇ ਤੱਕ ਲੈ ਕੇ ਆਏ ਆ। ਹੁਣ ਆਪਾਂ ਗੱਲ ਕਰਦੇ ਹਾਂ ਕਮੇਟੀ ਦੀ ਇਲੈਕਸ਼ਨ ਦੀ, ਤੇ ਜਿਹੜਾ ਕਿ ਕਮੇਟੀ ਬਾਬਾ ਸਾਹਿਬ ਨੇ ਹਮੇਸ਼ਾ ਹੀ ਕਿਹਾ ਆ ਕਿ ਅਗਰ ਕਿਸੇ ਸੁਸਾਇਟੀ ਦੀ ਤਰੱਕੀ ਨੂੰ ਦੇਖਣਾ ਆ ਤੇ ਉੱਥੇ ਸੋ ਸਮਾਜ ਦੀ ਨਾਰੀ ਨੇ ਕਿੰਨੀ ਤਰੱਕੀ ਕੀਤੀ ਆ, ਉਹਨੂੰ ਕਿੰਨੀ ਆਜ਼ਾਦੀ ਮਿਲੀ ਆ, ਤੇ ਉਹ ਤੋਂ ਪਰਖਿਆ ਜਾ ਸਕਦਾ। ਜੀ ਜੀ ਤੇ ਵੀ ਆਰ ਪ੍ਰਾਊਡ ਆਫ ਜੀ ਕਿ ਪਿਛਲੇ ਸਾਲ ਵੀ ਸਾਡੇ ਨਾਰੇ ਸਾਡੀ ਭੈਣ ਰੇਖਾ ਪੌਲ ਜੀ ਸਾਡੇ ਪ੍ਰੈਜ਼ੀਡੈਂਟ ਸੀ, ਤੇ ਉਹਨਾਂ ਨੇ ਚੇਅਰਮੈਨ ਸਾਹਿਬ ਥੱਲੇ ਅਸੀਂ ਕੰਮ ਕੀਤਾ ਤੇ ਬੜਾ ਹੀ ਆਨੰਦ ਆਇਆ, ਔਰ ਇੱਕ ਟੀਮ ਵਰਕ ਦੀ ਤਰ੍ਹਾਂ ਪੂਰਾ ਸਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੰਮ ਕੀਤਾ। ਤੇ ਅੱਜ 54ਵੀਂ ਇਲੈਕਸ਼ਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਹੋਈ ਆ, ਬੜੇ ਹੀ ਸ਼ਾਂਤੀਪੂਰਵਕ ਤੇ ਨਾਲ ਕਨਸਟੀਟਿਊਸ਼ਨਲ ਸੰਵਿਧਾਨਕ ਤਰੀਕਾ ਜਿਹੜਾ ਬਾਬਾ ਸਾਹਿਬ ਸਾਨੂੰ ਦੇਖ ਕੇ ਗਏ ਆ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇਲੈਕਸ਼ਨ ਹੋਈ ਆ। ਤੇ ਮੈਂ ਧੰਨਵਾਦ ਕਰਦਾ ਜਾਵਾਂ ਕਿ ਸਾਡੇ ਜਿਨ੍ਹਾਂ ਦੀ ਚੇਅਰਮੈਨ ਥੱਲੇ ਇਹ ਇਲੈਕਸ਼ਨ ਹੋਈ ਆ, ਸਾਡੇ ਮਾਨਯੋਗ ਮੈਂਬਰ ਜਿਹੜੇ ਫਾਊਂਡਰ ਮੈਂਬਰ ਸਾਡੇ ਪਹਿਲੇ ਕੈਸ਼ੀਅਰ ਸੀ ਅਮਿਤਾਭ ਕੌਲ ਧਾਰ ਜੀ ਦਾ, ਉਹਨਾਂ ਦੀ ਅੱਜ ਚੇਅਰਮੈਨਸ਼ਿਪ ਥੱਲੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹਦੀ ਇਲੈਕਸ਼ਨ ਹੋਈ ਆ। ਤੇ ਉਹਦੇ ਜਿਹੜੇ ਅਫਸਵੇਅਰ ਆ ਉਹ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰਾਂਗਾ। ਤੇ ਜਿਹੜੀ ਐਗਜ਼ੈਕਟਿਵ ਬੋਡੀ ਸਿਲੈਕਟ ਹੋਈ ਅੱਜ ਇਲੈਕਟ ਹੋਈ ਆ, ਤੇ ਸਾਡੇ ਭੈਣ ਜੀ ਮਿਸਿਜ ਰੇਖਾ ਪੌਲ ਜੀ ਪ੍ਰੈਜ਼ੀਡੈਂਟ, ਤੇ ਸਤਿਕਾਰਯੋਗ ਮਦਨ ਲਾਲ ਚੌਹਾਨ ਜੀ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਟਰੀ ਮਿਸਟਰ ਮਲਿੰਦ ਕੌਲ, ਤੇ ਉਹਨਾਂ ਦੇ ਅਸਿਸਟੈਂਟ ਸਾਡੇ ਸੁਮਨ ਕੌਲ, ਤੇ ਉਹਨਾਂ ਦੇ ਨਾਲ ਸੈਕੰਡ ਅਸਿਸਟੈਂਟ ਸੈਕਟਰੀ ਜਿਹੜੇ ਆ ਉਹ ਬਿਮਲਾ ਰੱਤੂ ਜੀ, ਤੇ ਸਾਡੇ ਟ੍ਰੇਜਰ ਖਜ਼ਾਨਚੀ ਜਿਹੜਾ ਕਿ ਪੂਰਾ ਹਿਸਾਬ ਕਿਤਾਬ ਰੱਖਦੇ ਆ, ਤੇ ਉਹ ਸਾਡੇ ਕੈਸ਼ੀਅਰ ਮਿਸਟਰ ਹਰਬਲਾਸ ਬੰਗੜ ਜੀ, ਅਸਿਸਟੈਂਟ ਮੁਲਖਰਾਜ ਬੱਦਨ ਜੀ, ਤੇ ਪਬਲਿਸਿਟੀ ਸੈਕਟਰੀ ਲੇਖਰਾਜ ਜਖੂ ਜੀ, ਤੇ ਉਹਨਾਂ ਦੇ ਨਾਲ ਜਿਹੜੇ ਸਾਡੇ ਲਾਇਬ੍ਰੇਰੀਅਨ ਆ ਹਰਮੇਸ਼ ਲਾਲ ਜੱਸਲ ਜੀ, ਤੇ ਇੱਥੇ ਜਿਹੜੇ ਅਸਿਸਟੈਂਟ ਪਬਲਿਸਿਟੀ ਸੈਕਟਰੀ ਆ ਸਾਡੇ ਤਰਸੇਮ ਕੌਲ ਜੀ ਤੁਸੀਂ, ਤੇ ਅਸਿਸਟੈਂਟ ਜਿਹੜੇ ਲਾਇਬ੍ਰੇਰੀਅਨ ਸਾਡੇ ਆ ਉਹ ਹਰਮੇਸ਼ ਜੱਸਲ ਜੀ, ਤੇ ਉਹਨਾਂ ਦੇ ਨਾਲ ਅਸਿਸਟੈਂਟ ਬਲੇਵ ਰਿਜ਼ਵੀ ਜੀ, ਸਟੇਟ ਸੈਕਟਰੀ ਸਾਡੇ ਸਤਿਕਾਰਯੋਗ ਜਗਦੀਸ਼ ਰਾਏ ਦਾਦਰਾ ਜੀ, ਤੇ IT ਸਪੋਰਟ ਮੇਨਟੇਨੈਂਸ ਤੇ ਉਹਦੇ ਗੌਤਮ ਰੱਤੂ ਜੀ, ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਆ ਜੋ ਸਟੂਡੀਓ ਵੀ ਆ ਉਹਦਾ ਵੀ ਜਿਹੜਾ ਟੈਕਨੀਕਲ ਸਾਡੇ ਟੈਕਨੀਸ਼ੀਅਨ ਆ ਉਹ ਸਾਡੇ ਗੌਤਮ ਰੱਤੂ ਜੀ ਆ, ਤੇ ਕਮੇਟੀ ਦੇ IT ਸਪੋਰਟ ਜਿਹੜੇ ਆ ਮੇਨਟੇਨੈਂਸ ਗੌਤਮ ਰੱਤੂ ਜੀ, ਤੇ ਹੈਲਥ ਐਂਡ ਸੇਫਟੀ ਜਿਹੜੀ ਕਿ ਬਹੁਤ ਜ਼ਰੂਰੀ ਆ ਕਿ ਇੱਕ ਸਾਡੇ ਗਣਰਾਜ ਮੱਲ, ਤੇ ਨਾਲ ਉਹਨਾਂ ਦੇ ਅਸਿਸਟੈਂਟ ਸਾਡੇ ਭੈਣ ਜੀ ਮਿਸਿਸ ਸਮਿਤਰੀ ਦੇਵੀ ਜੀ, ਤੇ ਸਟੇਟ ਸੈਕਟਰੀ ਸਾਡੇ ਜਗਦੀਸ਼ ਰਾਏ ਦਾਦਾ ਜੀ, ਜਿਸ ਤਰ੍ਹਾਂ ਮੈਂ ਕਿਹਾ, ਤੇ ਮੇਨਟੇਨੈਂਸ ਕੇਅਰ ਟੇਕਰ, ਕਿਉਂਕਿ ਇਸ ਵੱਡੇ ਪ੍ਰੈਮਸਿਸ ਦੀ ਦੇਖਭਾਲ ਕਰਨ ਲਈ ਮੇਨਟੇਨੈਂਸ ਕਰਨ ਲਈ, ਤੇ ਉਹ ਸਾਡੇ ਮਿਸਟਰ ਬਲਵੀਰ ਰੱਤੂ ਜੀ, ਤੇ ਉਹਨਾਂ ਦੇ ਨਾਲ ਸਾਥ ਦੇਣਗੇ ਮਿਸਟਰ ਸੁਖਦੇਵ ਸੁਮਨ ਜੀ, ਤੇ ਜਿਹੜੀ ਰਿਲੀਜੀਅਸ ਡਿਊਟੀਜ਼ ਆ ਤੇ ਉਹ ਮੈਨੂੰ ਦਿੱਤੀਆਂ ਗਈਆਂ ਦੇਵਲਾਲ ਜੀ ਸੁਮਨ ਜੀ ਨੂੰ, ਤੇ ਸਾਡੇ ਕਿਚਨ ਮੈਨੇਜਮੈਂਟ ਜਿਹੜੇ ਆ ਉਹ ਸਾਡੇ ਭੈਣ ਜੀ ਮਿਸਿਸ ਸਤਿਆ ਸੱਲਨ ਜੀ, ਮਿਸਿਸ ਗੁਰਦੇਵ ਕੌਲ ਜੀ, ਨਿਰਮਲਾ ਭਾਟੀਆ ਜੀ, ਐਂਡ ਮਿਸਿਸ ਦਰਸ਼ਨਾ ਕੌਲਤਾ ਜੀ, ਇਹ ਆ। ਤੇ ਸਾਰੀ ਕਮੇਟੀ ਨੂੰ ਮੈਂ ਵਧਾਈਆਂ ਦਿੰਦਾ, ਤੇ ਉਹਨਾਂ ਵਾਸਤੇ ਵਿਸ਼ ਕਰਦਾ ਹਾਂ ਕਿ ਵਿਦ ਦ ਬਲੈਸਿੰਗ ਆਫ ਲੋਰਡ ਬੁੱਧ ਧੰਮ ਸੰਘ ਇਸੇ ਤਰ੍ਹਾਂ ਨਾਲ ਮਿਲ ਕੇ ਅਸੀਂ ਕਮੇਟੀ ਦਾ ਕੰਮ ਕਰਦੇ ਰਹੀਏ, ਔਰ ਬਾਬਾ ਸਾਹਿਬ ਦਾ ਵਿਸ਼ਨ ਤਥਾਗਤ ਭਗਵਾਨ ਬੁੱਧ ਦਾ ਧੰਮ ਦਾ ਪ੍ਰਚਾਰ ਤੇ ਪ੍ਰਸਾਰ ਇਸੇ ਤਰ੍ਹਾਂ ਅਸੀਂ ਕਰਦੇ ਰਹੀਏ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਫਿਰ ਵੀ ਤੁਹਾਡੇ ਵੱਲ ਆਉਂਦੇ ਆ ਪ੍ਰੋਫੈਸਰ ਗੌਰਵ ਪਠਾਨੀਆ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਤਿਕਾਰਯੋਗ ਤਾਂ ਵੈਲਕਮ ਹੈ ਲੋਟਸ ਟੀਵੀ ਆਇਆਂ ਦਾ। ਤੁਸੀਂ ਪਹਿਲਾਂ ਤੁਸੀਂ ਸਾਨੂੰ ਦੱਸੋ ਤੁਹਾਡਾ, ਤੁਸੀਂ ਇੰਡੀਆ 'ਚੋਂ ਬੈਕਗਰਾਊਂਡ, ਤੁਹਾਡਾ ਫੈਮਿਲੀ ਲਾਈਫ ਕਦੋਂ ਕਿੱਦਾਂ ਤੁਸੀਂ ਅੰਬੇਡਕਰੀ ਮੂਵਮੈਂਟ 'ਚ ਆਏ ਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ USA ਜਾਣ ਤੋਂ ਪਹਿਲਾਂ? ਜੀ ਜੀ, ਤੇ ਮੈਂ ਇੱਕ ਵਾਰ ਫਿਰ AMC ਦੀ ਨਈ ਜਿਹੜੀ ਬਣੀ ਹੈ ਮੈਮੋਰੀਅਲ ਕਮੇਟੀ ਦੀ, ਉਹਨੂੰ ਮੈਂ ਧੰਨਵਾਦ ਦਿੰਦਾ ਤੇ ਵਧਾਈਆਂ, ਨਈ ਕਮੇਟੀ ਬਣੀ। ਤੇ ਮੈਂ ਮੇਰਾ ਜਿਹੜਾ ਜਨਮ ਹੈ ਉਹ ਇੱਕ ਕੁਰੂਕਸ਼ੇਤਰਾ ਡਿਸਟ੍ਰਿਕਟ ਹਰਿਆਣੇ ਦਾ ਇੱਕ ਪਿੰਡ ਹੈ ਗੁਮਥਲਾ ਗੜੂ ਕਰਕੇ। ਅੱਛਾ ਜੀ। ਉਹਦੇ 'ਚ ਮੈਂ ਆਪਣੀ ਪ੍ਰਾਇਮਰੀ ਸਕੂਲਿੰਗ ਕੀਤੀ, ਫਿਰ ਮੈਂ ਕੈਥਲ ਜਿਹੜਾ ਡਿਸਟ੍ਰਿਕਟ ਉੱਥੇ ਅਸੀਂ ਰਹਿੰਦੇ ਹਾਂ ਜੀ ਜੀ। ਤੇ ਮੇਰੇ ਫਾਦਰ
ਜੋ ਸਵਰਗੀ ਹੁਣ ਤੇ ਹੀ ਉਹ ਕਾਂਸ਼ੀ ਰਾਮ ਸਾਹਿਬ ਕਾਂਸ਼ੀ ਰਾਮ ਦੀ ਮੂਵਮੈਂਟ ਤੋਂ ਬੜੇ ਪ੍ਰਭਾਵਿਤ ਸੀਗੇ ਤੇ ਫਿਰ ਬਾਮ ਸੇ ਜੁਆਇਨ ਕੀਤਾ ਆਈ ਥਿੰਕ ਤੇ from childhood onwards we were growing up in a village in an atmosphere which was very missionary so ਉਸ ਮਾਹੌਲ 'ਚ ਅਸੀਂ grow ਕੀਤੇ हैं ਘਰ ਚੋਂ ਹੀ ਮਿਲੇ ਆ ਸਾਰਾ ਵਿਰਾਸਤ ਮਿਲੀ ਆ ਜੀ ਤੇ ਆਪਾਂ ਫਿਰ ਪੜ੍ਹ ਕੇ ਅੱਗੇ ਫਿਰ ਮੈਂ ਹਾਇਰ ਐਜੂਕੇਸ਼ਨ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਗਿਆ ਤੇ ਉੱਥੋਂ ਸਾਨੂੰ ਪ੍ਰੋਫੈਸਰ ਵਿਵੇਕ ਕੁਮਾਰ ਮਿਲੇ ਉਹਨਾਂ ਨੇ ਨਾਮ ਫਿਰ ਇਸੇ ਉਹ ਤਾਂ ਸਟੱਡੀ ਕਰ ਹੀ ਰਹੇ ਸੀਗੇ ਦਲਿਤ ਮੂਵਮੈਂਟ ਬਾਰੇ ਅੰਬੇਡਕਰੀ BSP ਮੂਵਮੈਂਟ ਬਾਰੇ ਆਈ ਥਿੰਕ ਉਹਨਾਂ ਦੀ ਵੀ ਇੰਸਪੀਰੇਸ਼ਨ ਰਹੀ ਤੇ ਆਪਾਂ ਲੱਗੇ ਫਿਰ ਮੈਂ ਉੱਥੋਂ PhD ਕਰਕੇ JNU ਤੋਂ ਫਿਰ ਮੈਂ ਇੱਥੇ US 'ਚ ਆ ਗਿਆ ਸੀਗਾ ਕਿਹੜੇ ਸਾਲ ਵਿੱਚ ਤੇ US ਆਏ ਅਸੀਂ ਆਏ 2017 ਚ 2017 ਚ ਅਸੀਂ ਆ ਗਏ ਸੀ ਉੱਥੇ I was doing my postdoctoral research in University of Massachusetts and then I started teaching in Washington DC area. So now I teach sociology at the Eastern Mennonite University in Virginia and I have been now ਹੁਣ ਮੈਂ ਪ੍ਰੋਫੈਸਰ ਵਿਵੇਕ ਹਾਂਜੀ ਹਾਂ ਤੇ ਇਹ ਮੇਰੀ ਮਤਲਬ ਐਜੂਕੇਸ਼ਨਲ ਬੈਕਗ੍ਰਾਉਂਡ ਤੇ ਉਹ ਤੁਸੀਂ ਆ UK ਜੋ ਆਏ ਆ ਹਾਂਜੀ ਹਾਂਜੀ ਤੇ UK ਤੁਸੀਂ ਕੀ ਤੁਹਾਡਾ ਇੱਥੇ ਆਪਣਾ ਪ੍ਰੋਗਰਾਮ ਹੈ ਤੁਸੀਂ ਕੀ ਪ੍ਰੋਗਰਾਮ ਲੈ ਕੇ ਆਏ ਆ ਤੇ ਜਿਹੜੀ ਅੰਬੇਡਕਰੀ ਮੂਵਮੈਂਟ ਆ ਗਲੋਬਲੀ ਇਹਦੇ ਬਾਰੇ ਤੁਸੀਂ ਕੀ ਸੋਚ ਰਹੇ ਕੀ ਦੇਖ ਰਹੇ ਆ ਤੇ ਜਦੋਂ ਮੈਂ ਆਇਆ ਇੱਥੇ ਐਕਚੁਅਲੀ ਮੈਂ ਮੂਵਮੈਂਟ ਸਟੱਡੀ ਕਰਿਆ ਅੰਦੋਲਨ ਜਿੰਨੇ ਹੋਏ ਆਪਣੇ ਇੰਡੀਆ 'ਚ ਮੈਂ ਉਹਨਾਂ ਦੀ ਸਟੱਡੀ ਕਰ ਰਿਹਾ ਸੀਗਾ ਸਪੈਸ਼ਲੀ ਤੇਲੰਗਾਨਾ ਮੂਵਮੈਂਟ ਇੱਕ ਹੋਇਆ ਜਿੱਥੇ ਆਪਣੇ ਲੋਕਾਂ ਨੇ ਮਤਲਬ ਇਹ ਬੜੀ ਘੱਟ ਜਾਣਕਾਰੀ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਵੀ ਆਪਣੇ ਲੋਕਾਂ ਨੇ ਬਹੁਤ ਬੜਾ ਕੰਟਰੀਬਿਊਸ਼ਨ 90% ਕੰਟਰੀਬਿਊਸ਼ਨ ਆਪਣੇ ਲੋਕਾਂ ਨੇ ਕੀਤਾ ਤੇਲੰਗਾਨਾ ਸਟੇਟ ਬਣਾਉਣ ਲਈ ਪਰ ਉਹ ਰਿਕੋਗਨਾਈਜ਼ ਨਹੀਂ ਕੀਤਾ ਗਿਆ ਅਜੇ ਤੱਕ ਵੀ ਆਪਣੇ ਲੋਕ ਕਿਸੇ ਪੋਲਿਟਿਕਸ 'ਚ ਨਹੀਂ ਹੈਗੇ ਤੇ ਮੈਂ ਮੂਵਮੈਂਟ ਸਟੱਡੀ ਕਰ ਰਿਹਾ ਸੀਗਾ ਜਦੋਂ ਫਿਰ ਮੈਂ US ਗਿਆ ਤੇ ਉੱਥੇ ਵੇਖਿਆ ਵੀ ਆਪਣੇ ਲੋਕੀ ਉੱਥੇ ਬੜੇ ਆਰਗੇਨਾਈਜ਼ਡ ਹੈ ਮੈਂ ਤਾਂ ਇੰਡੀਆ ਹੀ ਜਾਣਦਾ ਸੀਗਾ ਫਿਰ ਅਮਰੀਕਾ ਜਾਣ ਤੋਂ ਬਾਅਦ ਪਤਾ ਲੱਗਿਆ ਵੀ ਆਪਣੇ ਲੋਕੀ ਤਾਂ ਉੱਥੇ ਵੀ ਆਰਗੇਨਾਈਜ਼ ਹੋ ਰਹੇ ਨੇ ਅੰਬੇਡਕਰ ਮੂਵਮੈਂਟ ਉੱਥੇ ਵੀ ਫੈਲ ਰਿਹਾ ਫਿਰ ਮੈਂ ਕੈਨੇਡਾ ਗਿਆ ਉੱਥੇ ਪਤਾ ਚੱਲਿਆ ਉੱਥੇ ਵੀ ਕਾਫੀ ਹੋ ਰਿਹਾ ਵਰਲਡ ਵਾਈਡ ਤੇ ਜਦੋਂ ਫਿਰ ਮੈਂ UK ਆਇਆ ਤੇ UK ਮੈਂ ਕਹਿਣਾ ਚਾਹਾਂਗਾ ਇਹ ਤਾਂ ਸਤਪਾਲ ਮੂਮਨ ਜੀ ਨੂੰ ਮਿਲੇ ਤੇ ਇਹਨਾਂ ਨੇ ਬੜਾ ਇਨਸਪਾਇਰ ਕੀਤਾ ਵੀ ਇਹ ਜਿਹੜਾ ਮੂਵਮੈਂਟ ਇੱਥੇ ਚੱਲ ਰਿਹਾ ਇਹਦੇ ਬਾਰੇ ਮੈਨੂੰ ਜਿੰਨਾ ਨੌਲੇਜ ਮਿਲਿਆ ਹੋਇਆ ਉਹ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਸਤਿਕਾਰ ਕਰਨਾ ਚਾਹਾਂਗਾ ਕਿ ਇਹਨਾਂ ਕਰਕੇ ਮੈਨੂੰ ਉਹ ਮੋਟੀਵੇਸ਼ਨ ਮਿਲਿਆ ਕਿ ਇਹਨੂੰ ਵੀ ਸਟੱਡੀ ਕੀਤਾ ਜਾਵੇ ਤੇ ਮੈਂ ਇੱਥੇ ਕੌਲ ਸਾਹਿਬ ਇੱਥੇ ਆਇਆ ਹਾਂ ਆਪਣੀ ਜਿਹੜੀ ਅੰਬੇਡਕਰਾਈਟ ਮੂਵਮੈਂਟ ਹੈ ਉਹਨੂੰ ਟਰੇਸ ਕਰਨ ਲਈ ਤੇ ਇੱਕ ਜਿਹੜਾ ਮੈਂ ਦੱਸਣਾ ਚਾਹਾਂਗਾ ਵੀ ਕਿਉਂ ਅਸੀਂ ਇਹ ਮੈਂ ਸਤਪਾਲ ਜੀ ਇਕੱਠੇ ਮਿਲ ਕੇ ਇਸ ਪ੍ਰੋਜੈਕਟ ਨੂੰ ਕਰ ਰਹੇ ਹਾਂ ਕਿ ਆਪਾਂ ਨੇ ਇੰਨਾ ਆਪਣੇ ਤੁਸੀਂ ਮਤਲਬ ਜਿਹੜੀ ਜਨਰੇਸ਼ਨ ਤੁਹਾਡੀ ਉਸ ਤੋਂ ਪਹਿਲਾਂ ਵੀ 50s ਤੋਂ ਆਪਣੀ ਜਨਰੇਸ਼ਨਾਂ ਇੱਥੇ ਕੰਮ ਕਰ ਰਹੀਆਂ ਨੇ ਤੇ ਇਹਨਾਂ ਨੇ ਬਹੁਤ ਕੰਮ ਕੀਤਾ ਤੇ ਉਹ ਕੰਮ ਜਿਹੜਾ ਹੈ ਉਹ ਹਜੇ ਤੱਕ ਪ੍ਰੋਪਰਲੀ ਡਾਕੂਮੈਂਟ ਨਹੀਂ ਕੀਤਾ ਹਾਂ ਇਹ ਗੱਲ ਸਹੀ ਹੈ ਤੇ ਹੁਣ ਹੀ ਆਪਾਂ ਜਿਹੜਾ ਕੁਝ ਵੇਖਦੇ ਆ ਅੱਜ ਕੱਲ ਸਾਰੇ ਸੋਸ਼ਲ ਮੀਡੀਆ 'ਚ ਆਪਾਂ WhatsApp ਤੇ Facebook ਤੇ ਜਿੰਨੇ ਮੈਸੇਜ ਆਉਂਦੇ ਇਹ ਸਾਰੇ ਬੜੇ ਰੀਸੈਂਟ ਫੇਸ ਦੇ ਮੈਸੇਜ ਦੇ ਨੇ ਇਹਨਾਂ ਦੇ ਕਿਸੇ ਨੇ ਵੀ ਹਿਸਟਰੀ ਦੀ ਗੱਲ ਨਹੀਂ ਕੀਤੀ ਕਿੱਥੋਂ ਅੰਬੇਡਕਰ ਤੋਂ ਬਾਅਦ ਕਿੱਦਾਂ ਅੰਬੇਡਕਰਿਜ਼ਮ ਸ਼ੁਰੂ ਹੋਇਆ ਅੰਬੇਡਕਰੀ ਅੰਦੋਲਨ ਕਿੱਦਾਂ ਸ਼ੁਰੂ ਪੋਲਿਟਿਕਸ ਤਾਂ ਬਾਅਦ 'ਚ ਹੋਈ BSP ਬਾਅਦ 'ਚ ਬਣੀ ਪਰ ਉਹ ਤੋਂ ਪਹਿਲਾਂ ਕੀ ਹੋਇਆ ਤੇ ਅਸੀਂ ਉਹੀ ਕਰ ਰਹੇ ਸੀਗੇ ਵੀ ਇਹਨੂੰ ਜਦੋਂ ਤੱਕ ਆਪਾਂ ਆਪਣਾ ਇਤਿਹਾਸ ਅਗਲੀ ਜਨਰੇਸ਼ਨ ਨੂੰ ਨਹੀਂ ਦੱਸਾਂਗੇ ਤਾਂ ਫਿਰ ਇਤਿਹਾਸ ਬਣੇਗਾ ਕਿੱਦਾਂ ਤੇ ਮੈਨੂੰ ਲੱਗਦਾ ਉਹ ਡਾਕੂਮੈਂਟੇਸ਼ਨ ਬੜਾ ਜ਼ਰੂਰੀ ਸੀਗਾ ਤੇ ਸਤਪਾਲ ਜੀ ਨੇ ਬੜਾ ਇਹਨਾਂ ਨੇ ਬੜਾ ਇੰਸਪਾਇਰ ਵੀ ਕੀਤਾ ਤੇ ਬੜਾ ਕੋਆਪਰੇਸ਼ਨ ਕੀਤਾ ਕਿ ਇਹਨਾਂ ਦੇ ਕਰਕੇ ਮੈਂ ਹੋਰ ਸਾਰੇ ਆਪਣੇ ਅੰਬੇਡਕਰਾਈਟ ਨੂੰ ਮਿਲ ਰਿਹਾ ਕਿਉਂਕਿ ਇਹ ਇੱਥੇ ਕਾਫੀ ਟਾਈਮ ਤੋਂ ਰਹੇ ਨੇ ਇੱਥੇ ਜੋ ਅੰਬੇਡਕਰੀ ਲੋਕ ਆ ਅੰਬੇਡਕਰੀ ਸੰਸਥਾਵਾਂ ਉਹਨਾਂ ਨੇ ਤੁਹਾਨੂੰ ਕੋਈ ਸਹਿਯੋਗ ਦਿੱਤਾ ਕੋਈ ਇਸ ਡਾਕੂਮੈਂਟ ਤਿਆਰ ਕਰਨ ਲਈ ਤੇ ਪਹਿਲਾਂ ਤਾਂ ਮੈਂ ਆਪਣੇ ਮੈਮੋਰੀਅਲ ਕਮੇਟੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਮੈਂ ਇੱਥੇ ਆਇਆ ਤੇ ਮੈਨੂੰ ਮਤਲਬ ਮੈਂ ਬੜਾ ਧੰਨਵਾਦ ਕਰਦਾ ਵੀ ਕਿੰਨਾ ਇਹਨਾਂ ਨੇ ਸਾਰੇ ਮੈਂਬਰਾਂ ਨੇ ਮਿਲ ਕੇ ਬਹੁਤ ਹੀ ਸਪੋਰਟ ਕਰ ਰਹੇ ਹਾਂ ਹਜੇ ਵੀ ਕਰ ਰਹੇ ਹਾਂ ਤੇ ਅਸੀਂ ਜਿੱਥੇ ਵੀ ਜਾ ਰਹੇ ਹਾਂ ਤੇ ਲੋਕੀ
ਬੜਾ ਹੀ ਕੋਆਪਰੇਟ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਇਹੀ ਅਸੀਂ ਸਾਡਾ ਮਿਸ਼ਨ ਸੀਗਾ ਵੀ ਇੱਥੇ ਮਿਲ ਕੇ ਲੋਕਾਂ ਨੂੰ ਉਹ ਸਾਰੀ ਆਪਣੀ ਕਹਾਣੀ ਜਿਹੜੀ ਦੱਸੀ ਨਹੀਂ ਗਈ ਹਜੇ ਤੱਕ, ਜਿੰਨੀ ਕਿਤਾਬਾਂ ਛਪੀਆਂ ਉਹਦੇ 'ਚ ਕਹਾਣੀ ਆਈ ਨਹੀਂ ਆਪਣੀ, ਮੈਨੂੰ ਲੱਗਦਾ ਉਹ ਆਏਗੀ ਤਾਂ ਫਿਰ ਕੋਈ ਨਵੇਂ ਚੈਪਟਰ ਖੁੱਲ੍ਹਣਗੇ, ਨਵਾਂ ਇਤਿਹਾਸ ਹੈ ਨਾ ਜੀ। ਕਹਾਣੀ ਜਿਹੜੀ ਆ ਕਿ ਅੰਬੇਡਕਰਾਂ ਦੀ ਜ਼ੁਬਾਨੀ ਸੁਣ ਕੇ ਤੁਸੀਂ ਉਹ ਇਨਫੋਰਮੇਸ਼ਨ ਇਕੱਤਰ ਕਰ ਜੀ 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 ਕਿਉਂਕਿ ਹਜੇ ਤੱਕ ਤਾਂ ਆਪਣੀ ਕਹਾਣੀ ਕੋਈ ਹੋਰ ਲਿਖ ਰਹੇ ਆ। ਹਾਂਜੀ, ਉਹ ਕਈ ਵਿੱਚ ਮਿਕਸ ਵੀ ਕਰ ਦਿੰਦੇ ਆ, ਆਪਣੇ ਤਰੀਕੇ ਨਾਲ ਵੀ ਲਿਖ ਦਿੰਦੇ ਆ। ਤੋਂ ਪ੍ਰੋਫੈਸਰ ਸਾਹਿਬ ਅਸੀਂ ਤੁਹਾਡੇ ਵੱਲ ਫੇਰ ਆਉਂਦੇ ਆ, ਸਤਪਾਲ ਜੀ ਵੱਲ ਆਪਾਂ ਜਾਂਦੇ ਆ, ਸਤਪਾਲ ਜੀ ਕੋਲੋਂ ਵੀ ਇਨਫੋਰਮੇਸ਼ਨ ਕੋਈ ਲੈਂਦੇ ਆ। ਸਤਪਾਲ ਜੀ ਤੁਸੀਂ ਇਹਨਾਂ ਦੀ ਹੈਲਪ ਕਰ ਰਹੇ ਆ ਇੱਥੇ ਯੂਕੇ ਦੇ ਵਿੱਚ, ਤੁਹਾਡੇ ਖਿਆਲ ਅਨੁਸਾਰ ਕਿੱਦਾਂ ਤੁਹਾਨੂੰ ਸਹਿਯੋਗ ਮਿਲ ਰਿਹਾ, ਜਾਂ ਤੁਹਾਡੀ ਕਿੰਨੀ ਕੁ ਹਾਲ ਤੱਕ ਕਿੱਥੋਂ ਤੱਕ ਪਹੁੰਚੇ ਆ ਜਾਂ ਨਹੀਂ, ਜਾਂ ਕਿੰਨੇ ਕੁ ਤੱਕ ਤੁਸੀਂ ਪਹੁੰਚੇ ਆ ਜੀ, ਹਾਲੇ ਹੋਰ ਕਿੰਨਾ ਕੁ ਕੰਮ ਕਰਨ ਵਾਲਾ ਇੱਥੇ? ਹਾਂਜੀ ਕੌਲ ਸਾਹਿਬ, ਇਹਨਾਂ ਨੇ ਦੇਖੋ ਪ੍ਰੋਜੈਕਟ ਸਟਾਰਟ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਕਿ ਇਤਿਹਾਸ ਜਿਹੜਾ ਹੈਗਾ ਇੱਧਰ ਉੱਧਰ ਲਿਖ ਹੋਇਆ ਹੈ, ਬਹੁਤ ਸਾਥੀਆਂ ਨੇ ਲਿਖਿਆ ਕਿ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਅੱਜ ਦੇ ਕਰੰਟ ਜਨਰੇਸ਼ਨ ਹੈ ਉਹ ਆਪਣਾ ਇਤਿਹਾਸ ਆਪ ਹੀ ਲਿਖੀ ਜਾਂਦੀ ਹੈ, ਲੇਕਿਨ ਜਿਹੜੀ ਪਹਿਲੀ ਜਨਰੇਸ਼ਨ ਸੀਗੀ ਉਹਨਾਂ ਨੇ ਕਿੰਨੀ ਤਕਲੀਫ ਦੇ ਨਾਲ ਇਸ ਮੂਵਮੈਂਟ ਨੂੰ ਅੱਗੇ ਲਿਆ ਕੇ ਰੱਖਿਆ ਪਬਲਿਕ ਦੇ ਮੋਹਰੇ। ਔਰ ਅਸੀਂ ਤਾਂ ਇਹ ਵੀ ਦੇਖਦੇ ਹਾਂ ਕਿ ਜਿੱਦਾਂ ਅੱਜ ਕੱਲ੍ਹ ਤਾਂ ਜਿੱਦਾਂ ਕੋਈ ਫੰਕਸ਼ਨ ਕਰਨਾ ਹੋਵੇ ਤਾਂ ਕੰਪਿਊਟਰ ਦੇ ਉੱਤੇ ਪੋਸਟਰ ਤਿਆਰ ਕਰ ਲੈਂਦੇ ਆ, ਉਹ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਇਹ ਵੀ ਦੇਖਿਆ ਜਦੋਂ ਹੁਣ ਰਿਸਰਚ ਕਰ ਰਹੇ ਹਾਂ ਅਸੀਂ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹਨ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਉਹ ਅਸੀਂ ਉਹ ਦੇਖਦੇ ਹਾਂ ਕਿ ਪੋਸਟਰ ਜਿੱਦਾਂ ਨਾ ਕੈਂਚੀ ਦੇ ਨਾਲ ਕੱਟ ਕੇ ਬਾਬਾ ਸਾਹਿਬ ਦੀਆਂ ਤਸਵੀਰਾਂ ਉੱਤੇ ਪੇਸਟ ਕੀਤੀਆਂ ਤੇ ਫਿਰ ਇੱਧਰ ਉੱਧਰ ਸ਼ਬਦ ਜੋੜ ਕੇ ਉਹਨਾਂ ਨੇ ਪੋਸਟਰ ਬਣਾਏ ਆ। ਤੇ ਇਹ ਜਿਹੜਾ ਕੰਮ ਆ ਨਾ ਇਹ ਕਿਸੇ ਪਾਸੇ ਡਾਕੂਮੈਂਟਡ ਨਹੀਂ ਹੈ, ਔਰ ਇਸ ਕਰਕੇ ਇਹਨਾਂ ਦੇ ਨਾਲ ਜਦੋਂ ਗੱਲ ਕੀਤੀ ਨਾ, ਹਜੇ ਥੋੜੀ ਦੇਰ ਹੋਈ ਇਹਨਾਂ ਦੇ ਨਾਲ ਗੱਲਬਾਤ, ਅਪ੍ਰੈਲ ਦੇ ਵਿੱਚ ਗੱਲ ਸ਼ੁਰੂ ਹੋਈ ਤੇ ਇਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੇ ਤਾਂ ਕਾਫੀ ਸਟਰਗਲ ਕੀਤਾ ਆ ਤੇ ਉਹਨਾਂ ਨੂੰ ਉਹਨਾਂ ਦੀ ਇਤਿਹਾਸ ਉਹਨਾਂ ਦੀ ਹਿਸਟਰੀ ਪਤਾ ਕੀਤਾ ਜਾਵੇ। ਜਿਹੜਾ ਹੁਣ ਇਹ ਰਿਸਰਚ ਸਟੇਜ ਹੈਗਾ ਇਸ ਪ੍ਰੋਜੈਕਟ ਦਾ, ਉਹ ਰਿਸਰਚ ਸਟੇਜ ਦੇ ਵਿੱਚ ਉਹਦਾ ਇਹਨਾਂ ਨੇ ਕਿਹਾ ਵੀ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹਨ 70 ਸਾਲ ਤੋਂ ਉੱਤੇ ਜਾਂ ਕੁਛ 80 ਸਾਲ ਤੋਂ ਉੱਤੇ, ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇਣੀ ਆ, ਉਹਨਾਂ ਦੀ ਅਸੀਂ ਪਰਸਨਲ ਸਟੋਰੀ ਲੈ ਕੇ ਆਪਾਂ ਉਹਨਾਂ ਨੂੰ ਲੈ ਕੇ ਉਹਨੂੰ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕਰਨੀ ਆ। ਜਿਹੜੀ ਕੋਈ ਵੀ ਮੂਵਮੈਂਟ ਹੁੰਦੀ ਹੈ ਉਹ ਹਰ ਇੱਕ ਦੀ ਪਰਸਨਲ ਸਟੋਰੀ ਹੁੰਦੀ ਆ, ਉਹ ਕਿੱਦਾਂ ਉਹਦੇ ਵਿੱਚ ਉਹਨਾਂ ਵਿੱਚ ਪਰਿਵਰਤਨ ਆਇਆ, ਕਿਸ ਦੇ ਕੋਲੋਂ ਉਹਨਾਂ ਨੂੰ ਇਨਸਪੀਰੇਸ਼ਨ ਮਿਲੀ ਤਾਂ ਫਿਰ ਉਹਨਾਂ ਨੇ ਕੀ ਕੀਤਾ, ਕਿਹੜਾ ਸਟੈਪ ਲਿਆ, ਤੇ ਕਿਸੇ ਨੇ ਸੰਸਥਾ ਐਸਟੈਬਲਿਸ਼ ਕੀਤੀ, ਕਿਸੇ ਦੇ ਨਾਲ ਉਹਨੂੰ ਇਸ ਸੰਸਥਾ ਨੂੰ ਜੁਆਇਨ ਕੀਤਾ। ਇਹ ਹਿਸਟਰੀ ਜਿਹੜੀ ਹੈ ਸਾਡੇ ਪੁਰਾਣੇ ਬਜ਼ੁਰਗਾਂ ਦੇ ਕੋਲ ਜਿਹੜੇ ਸਾਡੇ ਕੋਲ ਵਿਛੜ ਗਏ ਹਨ ਉਹਨਾਂ ਦੇ ਕੋਲ ਚਲੇ ਗਈ। ਕੋਈ ਜਿਹੜੇ ਉਹਨਾਂ ਨੇ ਕੰਮ ਜ਼ਰੂਰੀ ਕੀਤੇ ਹਨ ਉਹ ਅੱਜ ਸਾਨੂੰ ਮਿਲ ਰਹੇ ਹਨ। ਸੋ ਇਹ ਜਿਹੜਾ ਰਿਸਰਚ ਪ੍ਰੋਜੈਕਟ ਹੈਗਾ, ਅਸੀਂ ਥਾਂ ਜਾ ਕੇ ਜਿੰਨੇ ਵੀ ਆਪਣੇ ਕੋਲ ਨਾਮ ਹਨ, ਅਸੀਂ ਸੋ ਫਾਰ ਵੀ ਹੈਵ ਇੰਟਰਵਿਊਡ over 20 people and most of them are over 70 years of age and some of them are over 80 years of age। तो मतलब है भी we are trying to capture the old stories and ਉਸ ਦੇ ਨਾਲ ਹੈਗਾ ਕਿ ਕੌਲ ਸਾਹਿਬ ਉਹ ਜਿਹੜੀ ਸਟੋਰੀ ਹੈਗੀ ਨਾ ਪਰਸਨਲ ਸਟੋਰੀ ਉਹਨੂੰ ਫਿਰ ਅਸੀਂ ਐਨਾਲਿਸਿਸ ਕਰਨੀ ਆ, ਐਨਾਲਿਸਿਸ ਕਰਕੇ ਉਹਦੀ ਕੋਈ ਜਿੱਦਾਂ ਵੀ ਕੋਈ ਸਟੋਰੀ ਬਣੇਗੀ, ਨੈਰੇਟਿਵ ਬਣੇਗਾ। ਤੇ ਇੱਕ ਗੱਲ ਕਰਨਾ ਬਹੁਤ ਜ਼ਰੂਰੀ ਆ ਇਸ ਪਲੇਟਫਾਰਮ ਤੋਂ ਕਿ ਜਿਹੜਾ ਬਾਬਾ ਸਾਹਿਬ ਦਾ ਮੂਵਮੈਂਟ ਹੈਗਾ, ਜਿਹੜਾ ਜੈ ਭੀਮ ਕਹਿਣ ਵਾਲੇ ਲੋਕ ਹਨ ਉਹ ਥਾਂ ਤੇ ਦੁਨੀਆ ਤੇ ਬੈਠੇ ਹਨ, ਸੈਟਲ ਹੋਏ ਹਨ, ਇੰਡੀਆ ਵਿੱਚ ਵੀ ਹੈ, ਬਾਹਰ ਵੀ ਹੈ, ਔਰ ਯੂਕੇ ਜਿਹੜਾ ਆਪਣਾ ਹਿੱਸਾ ਪਲੇ ਕਰ ਰਿਹਾ ਹੈਗਾ ਕਿ ਬਾਬਾ ਸਾਹਿਬ ਦੀ ਮੂਵਮੈਂਟ ਨੂੰ ਫੋਰਵਰਡ ਕਰਨ ਵਾਸਤੇ ਇਹ ਬਹੁਤ ਸਿਗਨੀਫੀਕੈਂਟ ਆ। ਦੋ ਚੀਜ਼ਾਂ ਹਨ ਇਹਦੇ ਵਿੱਚ, ਇੱਕ ਚੀਜ਼ ਹੈ ਕਿ ਜਿਹੜੇ ਅੰਬੇਦਕਰਾਈਟ ਹੈਗੇ ਆ ਉਹਨਾਂ ਨੇ ਆਪਣੀ ਆਈਡੈਂਟੀਟੀ ਬਣਾ ਚੁੱਕੇ ਹਨ। ਦੂਜੀ ਜਿਹੜੀ ਹੈ ਕਿ ਜਿਹੜੇ ਬਾਬਾ ਸਾਹਿਬ ਨੇ ਇਸ਼ਾਰਾ ਕੀਤਾ ਸੀਗਾ ਕਿ ਤੁਸੀਂ ਬੁੱਧ ਧਰਮ ਦੇ ਰਸਤੇ ਤੇ ਤੁਰ ਕੇ ਬੁੱਧ ਧਰਮ ਨੂੰ ਅਪਣਾਓ। ਅੱਜ ਦੇ ਪੀਰੀਅਡ ਦੇ ਵਿੱਚ ਬੁੱਧ ਧਰਮ ਨੂੰ ਅਪਣਾਉਣ ਵਾਲੇ ਖਾਸ ਕਰਕੇ ਜਿਹੜੇ ਪੰਜਾਬੀ ਬੁੱਧਿਸਟ ਹਨ ਉਹਨਾਂ ਦੀ ਆਪਣੀ ਆਇਡੈਂਟੀਟੀ ਬਣ ਚੁੱਕੀ ਹੈ। ਉਹ ਜਿਹੜੀ ਆਪਣੀ ਆਇਡੈਂਟੀਟੀ ਬਣ ਚੁੱਕਣ ਦੇ ਵਿੱਚ ਜਿਹੜਾ 50-60 ਸਾਲ ਦਾ 70 ਸਾਲ ਦਾ ਜਿਹੜਾ ਇਹਨਾਂ ਨੂੰ ਅੰਬੇਦਕਰਵਾਦੀਆਂ ਦਾ ਘੋਲ ਸੰਘਰਸ਼, ਗੱਲਾਂ ਕਰਨੀਆਂ, ਕਾਨਫਰੰਸਾਂ ਕਰਨੀਆਂ, ਸੈਮੀਨਾਰ ਕਰਨੇ, ਥਾਂ ਸ਼ਹਿਰਾਂ ਵਿੱਚ ਜਾਣਾ, ਉਹਦਾ ਉਹ ਨਿਚੋੜ ਅੱਜ, ਉਹਦਾ ਉਹ ਰਿਜ਼ਲਟ ਅੱਜ ਸਾਹਮਣੇ ਆ ਰਿਹਾ ਹੈ।
ਤੇ ਇਹ ਬੜਾ ਨੋਟਿਸ ਕਰਨ ਵਾਲੀ ਗੱਲ ਹੈਗੀ ਹੈ। ਜੀ। ਤੇ ਉਹ ਗੌਰਵ ਜੀ ਨੇ ਬੜਾ ਇਹਨਾਂ ਨੇ ਜਦੋਂ ਗੱਲਾਂ ਬਾਤਾਂ ਕੀਤੀਆਂ ਤੇ ਇਹ ਤਾਂ ਬੈਠ ਕੇ ਪਿੱਛੇ ਨੂੰ ਚੇਅਰ ਤੇ ਸੋਚਦੇ ਆ ਵੀ ਇਹਨਾਂ ਲੋਕਾਂ ਨੇ ਤੇ ਬੜੀ ਸੈਕਰੀਫਾਈਸ ਕੀਤੀ ਆ। ਤੇ ਉਹਨਾਂ ਦਾ ਫਿਰ ਬੜਾ ਇਹ ਵੀ ਇਨਸਪਾਇਰ ਹੋ ਰਿਹਾ, ਇਹ ਵੀ ਇਹ ਕਹਿ ਰਹੇ ਹੈਗੇ ਆ ਕਿ ਮੈਂ ਵੀ ਯੂਕੇ ਦੇ ਵਿੱਚ ਇੱਕ ਐਜੂਕੇਸ਼ਨਲ ਜਰਨੀ ਤੇ ਹਾਂ। ਜਿਹੜੀਆਂ ਚੀਜ਼ਾਂ ਬਾਹਰੋਂ ਮਿਲਦੀਆਂ ਹਨ ਜਾਂ ਲਿਖਦੇ ਹਨ ਉਹ ਅਲੱਗ ਹਨ। ਜਦੋਂ ਤੁਸੀਂ ਸਾਥੀਆਂ ਨਾਲ ਬੈਠ ਕੇ ਪਰਸਨੈਲਿਟੀਜ਼ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਨ, ਉਹ ਕਹਾਣੀ ਕੁਝ ਹੋਰ ਬਣਦੀ ਹੈ। ਉਹ ਖੂਨ ਪਸੀਨਾ ਉਹ ਸਾਹਮਣੇ ਨਜ਼ਰ ਆਉਂਦਾ ਹੈ। ਤੋ ਇਹ ਜਿਹੜਾ ਪ੍ਰੋਜੈਕਟ ਯੂਨੀਕ ਪ੍ਰੋਜੈਕਟ ਹੈ, ਇਹ ਕੋਈ ਛੋਟਾ ਪ੍ਰੋਜੈਕਟ ਨਹੀਂ ਹੈ। ਔਰ ਇਹਦੇ ਨਾਲ ਜਿੰਨੇ ਵੀ ਆਪਣੇ ਸੰਸਥਾਵਾਂ ਹਨ, ਮੈਂ ਕਹੂੰਗਾ ਇੰਗਲੈਂਡ ਦੇ ਵਿੱਚ, ਸਾਰੇ ਸਪੋਰਟ ਕਰ ਰਹੇ ਹਨ। ਔਰ ਅਸੀਂ ਹੌਲੀ ਹੌਲੀ ਜਿੱਥੇ ਵੀ ਅਸੀਂ ਜਾ ਸਕਦੇ ਹਾਂ ਉੱਥੇ ਸਾਰਿਆਂ ਦੇ ਨਾਲ ਬੈਠ ਕੇ ਗੱਲਬਾਤ, ਉਹਨਾਂ ਦੀ ਇੰਟਰਵਿਊ ਕਰ ਰਹੇ ਹਨ। ਅਸੀਂ ਉਹਨਾਂ ਦੀ ਵੀਡੀਓ ਰਿਕਾਰਡਿੰਗ ਕਰ ਰਹੇ ਹਾਂ, ਉਹਨਾਂ ਦੀ ਆਡੀਓ ਰਿਕਾਰਡਿੰਗ ਕਰ ਰਹੇ ਹਾਂ, ਉਹਨਾਂ ਦੇ ਨੋਟ ਕਰ ਰਹੇ ਹਾਂ, ਤੇ ਫਿਰ ਉਸ ਦੇ ਨਾਲ ਅਸੀਂ ਐਨਾਲਿਸਿਸ ਕਰਕੇ ਅੱਗੇ ਤੁਰਾਂਗੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਫਿਰ ਵੀ ਆਉਣੇ ਤੁਹਾਡੇ ਵੱਲ। ਹਾਂਜੀ, ਬਹੁਤ ਕੁਝ ਤੁਹਾਡੇ ਕੋਲ ਜਾਣਨਾ ਅਸੀਂ ਮਤਲਬ ਫਿਰ ਆਪਣੇ ਪ੍ਰੋਫੈਸਰ ਸਾਹਿਬ ਦੇਖੋ ਕਿੱਡੀ ਦੂਰੋਂ ਆਏ ਆ, USA ਤੋਂ ਆਏ ਆ। ਇੱਕ USA ਦੇ ਵਿੱਚ ਆਪਣੇ ਸਾਰੇ ਅਮਰੀਕਰੀ ਲੋਕਾਂ ਦੀ ਜਾਂ ਕਹਿ ਲਓ ਕਿ ਐਸੀ ਲੋਕਾਂ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਉੱਥੇ ਕਾਮਯਾਬ ਹੋਈ ਆ, ਜੋ ਕਿ ਜਾਤੀਵਾਦ ਦਾ ਕਾਨੂੰਨ ਦੇ ਖਿਲਾਫ। ਹਾਂਜੀ, ਉਹ ਕਿਹੜੇ ਸ਼ਹਿਰ ਵਿੱਚ ਹੋਈ ਆ ਤੇ ਉਹਦੇ ਬਾਰੇ ਕੁਝ ਤੁਹਾਡੀ ਵੀ ਕੋਈ ਕੰਟਰੀਬਿਊਸ਼ਨ ਸੀਗੀ ਜਾਂ ਉਹਦੇ ਬਾਰੇ ਕੁਝ ਦੱਸੋਗੇ ਸਾਨੂੰ? ਹਾਂਜੀ ਜੀ। ਤੇ ਹਾਲਾਂਕਿ ਮੂਵਮੈਂਟ ਤਾਂ ਬਹੁਤ ਪਹਿਲਾਂ ਤਾਂ ਚੱਲ ਰਹੀ ਹੈ। ਮੈਨੂੰ ਲੱਗਦਾ ਆਪਾਂ US ਦੀ ਗੱਲ ਕਰੀਏ ਤਾਂ ਐਕਟਿਵ ਮੂਵਮੈਂਟ ਜਿਹੜੀ ਪਿਛਲੇ 15 ਸਾਲ ਤੋਂ ਕਾਫੀ ਐਕਟਿਵਲੀ ਪੀਪਲ ਆਰ ਇਨਵੋਲਵ, ਐਂਡ ਉਸ ਤੋਂ ਪਹਿਲਾਂ ਵੀ ਲੋਕੀ ਕਰ ਰਹੇ ਸੀ। ਪਰ ਹੁਣ ਪਿਛਲੇ 5-10 ਸਾਲਾਂ ਤੋਂ ਇੱਕ ਲੀਗਲ ਬੈਟਲ ਵੀ ਅਸੀਂ ਉੱਥੇ ਚਲਾਈ ਹੈ। ਜਿਵੇਂ ਤੁਸੀਂ ਸੁਣਿਆ ਹੋਣਾ ਸੀਐਟਲ ਦਾ ਜਿਹੜਾ ਕੇਸ ਸੀਗਾ, ਤੇ ਉੱਥੇ ਕਾਸਟ ਨੂੰ ਐਡ ਕੀਤਾ ਹੈ ਆਫੀਸ਼ੀਅਲ ਉਹਨਾਂ ਦੇ ਲੀਗਲ ਪਰਵਿਊ ਵਿੱਚ, ਤੇ ਐਜ਼ ਅ ਪ੍ਰੋਟੈਕਟਿਡ ਕੈਟੇਗਰੀ। ਤੇ ਉਹਦੇ ਵਿੱਚ ਉਹ ਆਪਾਂ ਉੱਥੇ ਸਕਸੈਸਫੁਲ ਰਹੇ। ਫਿਰ ਹੁਣ ਕੈਲੀਫੋਰਨੀਆ ਦਾ ਹੁਣ ਰੀਸੈਂਟਲੀ ਹੋਇਆ 2-3 ਹਫ਼ਤੇ ਪਹਿਲਾਂ, ਤੇ ਉਹਦੇ ਨਾਲ ਟੋਰੰਟੋ ਸਕੂਲ ਡਿਸਟ੍ਰਿਕਟ ਬੋਰਡ ਨੇ ਵੀ ਕਾਸਟ ਐਡ ਕੀਤਾ, ਕਿਉਂਕਿ ਜਿੱਥੇ ਜਿੱਥੇ ਸਾਊਥ ਏਸ਼ੀਅਨ ਰਹਿ ਰਹੇ ਹਨ ਉੱਥੇ ਇੱਕ ਪ੍ਰੋਬਲਮ ਕਾਸਟ ਦੀ ਫੈਲ ਰਹੀ ਹੈ। ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਆਪਾਂ ਜਦੋਂ ਮੂਵਮੈਂਟ ਦੀ ਗੱਲ ਕਰਦੇ ਹਾਂ ਤਾਂ ਮੂਵਮੈਂਟ ਦਾ ਮਤਲਬ ਇਹ ਨਹੀਂ ਹੈ ਸਿਰਫ ਜੋ ਆਪਾਂ ਪੁਰਾਣੇ ਹਿਸਾਬ ਨਾਲ ਕਰਦੇ ਹਾਂ ਵੀ ਮਾਰਚ ਕੀਤਾ ਝੰਡੇ ਲੈ ਕੇ ਤੇ ਉਹ ਪ੍ਰੋਟੈਸਟ ਕੀਤਾ, ਉਹ ਨਹੀਂ। ਉਹਦੇ ਮੂਵਮੈਂਟ ਦਾ ਮਤਲਬ ਜਿਹੜਾ ਵੀ ਆਪਾਂ ਕਰ ਰਹੇ, ਜਿਵੇਂ ਇਹ ਵੀ ਮੂਵਮੈਂਟ ਦਾ ਹਿੱਸਾ ਹੈ ਵੀ ਆਪਾਂ ਮੀਡੀਆ ਵੱਲੋਂ ਕਨੈਕਟ ਹੋ ਰਹੇ ਹਾਂ ਪੂਰੇ ਵਰਲਡ ਨਾਲ, ਹੈ ਨਾ। ਤੇ ਕਾਂਸ਼ੀ ਟੀਵੀ ਕਹਿ ਲਓ, ਲੋਟਸ ਟੀਵੀ, these are all part of this movement. Then there's a political movement going on, ਇਕਨੋਮਿਕ ਮੂਵਮੈਂਟ ਚੱਲ ਰਹੀ ਹੈ ਆਪਣੀ। ਕਿੰਨੀ ਤੁਸੀਂ ਹੋਰ ਆਰਗੇਨਾਈਜੇਸ਼ਨ ਹੋਣੀ, ਤੁਸੀਂ ਸੁਣਿਆ ਹੋਣਾ ਆਪਣੇ ਰਾਜ ਰਤਨ ਜੀ ਨੇ ਆਪਣੇ ਦਲਿਤ ਬੈਂਕ ਅਨਾਉਂਸ ਕੀਤੇ, ਤੇ ਉਹ ਵੀ ਇੱਕ। ਤੇ ਦੂਜਾ ਆਪਣੇ ਇਸ ਫੀਲਡ ਵਰਕ ਤੋਂ ਵੀ ਅਸੀਂ ਮਤਲਬ ਬਹੁਤ ਸਾਰਾ ਲਿਟਰੇਚਰ ਇਕੱਠਾ ਕਰ ਰਹੇ ਹਾਂ, ਜਿੰਨਾ ਜੋ ਅਸੀਂ ਵੀ ਮਤਲਬ ਵੀ ਵਰ ਅਮੇਜ਼ਡ ਟੂ ਸੀ ਦਿਸ ਕਾਈਂਡ ਆਫ ਅਮਾਊਂਟ ਆਫ ਲਿਟਰੇਚਰ that our people, ਆਪਣੇ ਲੋਕਾਂ ਨੇ ਜਿਹੜਾ ਲਿਖਿਆ, ਬਜ਼ੁਰਗਾਂ ਨੇ ਲਿਖਿਆ, ਉਹ ਕਦੇ ਆਇਆ ਹੀ ਨਹੀਂ, ਕਿਉਂਕਿ ਉਹ ਆਪਣੀ ਰੀਜਨਲ ਲੈਂਗੁਏਜ 'ਚ ਸੀਗਾ। ਤੇ ਉਹ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਟਰਾਂਸਲੇਟ ਵੀ ਹੋਵੇਗਾ। ਫਿਰ ਉਹ ਤੇ ਲਿਟਰੇਰੀ ਮੂਵਮੈਂਟ ਹੈ ਨਾ ਵਿਦਿਨ ਦਲਿਤ ਮੂਵਮੈਂਟ। ਦੈਨ ਤੁਸੀਂ ਹੁਣ ਵੇਖੋ ਆਰਟ, ਫਿਲਮ ਆਰਟ। ਹੁਣ ਤੁਸੀਂ ਵੇਖ ਰਹੇ ਹੋ ਕਿੰਨੇ ਆਪਣੇ ਆਰਟਿਸਟ ਹਰ ਵੇਲੇ ਉਹ ਕਰ ਰਹੇ, ਹਿਪ ਆਪਣੇ ਪੌਪ ਮਿਊਜ਼ਿਕ ਆ ਗਿਆ ਦਲਿਤ ਦੇ ਅੰਦਰ ਹੀ, ਹੈ ਨਾ। ਤੇ ਹੋਰ ਲੀਗਲ ਬੈਟਲ ਚੱਲ ਰਹੀਆਂ ਨੇ। ਤੇ ਮੀਡੀਆ ਵੱਲੋਂ ਰਿਵੋਲੂਸ਼ਨ, ਜਿਵੇਂ ਸਤਪਾਲ ਜੀ ਨੇ ਮੈਂਸ਼ਨ ਕੀਤਾ ਕਿ ਕਾਨਫਰੰਸਾਂ, ਇਹ ਸਾਰਾ ਪਾਰਟ ਆਫ ਮੂਵਮੈਂਟ ਹੈ। ਤੇ ਆਪਾਂ ਇਹਨੂੰ ਸਾਰਿਆਂ ਨੂੰ ਮਿਲਾ ਕੇ ਵੇਖੀਏ ਤੇ ਬਹੁਤ ਸਾਰਾ ਗਲੋਬਲ ਲੈਵਲ 'ਚ, ਚਾਹੇ ਉਹ US ਹੋ, ਕੈਨੇਡਾ ਹੋ, UK ਹੋ, ਤੇ ਆਪਣੇ ਸਾਰੇ ਮਿਡਲ ਈਸਟਰਨ ਕੰਟਰੀਜ਼ ਐਂਡ ਦੈਨ ਸਾਊਥ ਏਸ਼ੀਆ, ਸਾਰੇ ਵੱਲੋਂ ਆਪਣੀ ਅੰਬੇਡਕਰਾਈਟ ਮੂਵਮੈਂਟ ਜਿਹੜੀ ਹੈ ਉਹ ਫੈਲ ਰਹੀ ਹੈ। ਮੈਨੂੰ ਲੱਗਦਾ ਇਸ ਕਰਕੇ ਅਸੀਂ ਮਤਲਬ ਜਿਹੜੇ ਦਰਸ਼ਕ ਸੁਣ ਰਹੇ ਹਾਂ ਸਾਨੂੰ, ਖਾਸ ਕਰ ਯੰਗ ਲੋਕ, ਮੈਂ ਤਾਂ ਤੁਹਾਨੂੰ ਦਰਖਾਸਤ ਕਰੂੰਗਾ ਕਿ ਆਪਣੇ ਜਿਹੜੇ ਬਜ਼ੁਰਗਾਂ ਦੀ ਹਿਸਟਰੀ ਤੁਸੀਂ ਲਿਖ ਸਕਦੇ ਹੋ ਤਾਂ ਲਿਖੋ, ਹੈ ਨਾ। ਆਪਣੇ ਲਈ ਲਿਖੋ। ਉਹ ਹਿਸਟਰੀ ਲਿਖਣੀ ਬਹੁਤ ਜ਼ਰੂਰੀ ਹੈ। ਉਹਨੂੰ ਡਾਕੂਮੈਂਟ ਆਪਣੀ ਖਬਰਾਂ ਸੰਭਾਲ ਕੇ ਰੱਖੋ, ਆਪਣਾ ਇਤਿਹਾਸ ਸੰਭਾਲ ਕੇ ਰੱਖੋ। ਤੇ ਉਹ ਮੈਨੂੰ ਲੱਗਦਾ ਇਹ ਜਿਹੜੇ ਆਪਾਂ ਵੱਡੀਆਂ ਗਲੋਬਲ ਮੂਵਮੈਂਟ ਕਰ ਰਹੇ ਹਾਂ ਉਹਦੇ 'ਚ
ਇਹੀ ਸਬਕ ਸਾਨੂੰ ਲੈਣਾ ਚਾਹੀਦਾ ਕਿ every document that we have is very important, and in family we should document that. ਜਾਂ ਬਹੁਤ ਬਹੁਤ ਧੰਨਵਾਦ ਜੀ। ਫਿਰ ਵੀ ਤੁਹਾਡੇ ਵੱਲ ਆਉਂਦੇ ਆ ਸੁਮਨ ਜੀ। ਜੀ ਜੀ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਮੂਵਮੈਂਟ ਦੀ ਗੱਲ ਕੀਤੀ ਹੈ, ਜੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੂੰ 54 ਸਾਲ ਹੋ ਗਏ ਬਣੇ ਨੇ। ਜੀ ਇਸ ਅੰਬੇਡਕਰੀ ਮੂਵਮੈਂਟ ਲਈ ਕਮੇਟੀ ਨੇ ਵੀ ਕੋਈ ਯੋਗਦਾਨ ਪਾਇਆ ਜਾਂ ਕੋਈ ਇਹਨਾਂ ਨੇ ਕੋਈ ਸਮਾਜ ਲਈ ਕੁਝ ਕੀਤਾ ਜਾਂ ਇਹਦੇ ਬਾਰੇ ਕੁਝ? ਇਹ ਮਤਲਬ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਕਿ ਇਹ ਸਵਾਲ ਜਿਹੜਾ ਆ ਉਹ ਕਮੇਟੀ ਦੇ ਕੰਮਾਂ ਤੋਂ ਹੀ ਦਿਸ ਪੈਣਾ ਜੀ ਕਿ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ 9 ਮੈਂਬਰਾਂ ਨੇ ਸ਼ੁਰੂ ਕੀਤਾ, ਜੀ ਜੀ ਤਾਂ ਮੈਂ ਦੱਸਦਾ ਜਾਵਾਂ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ, ਜੀ ਤੇ ਜੇ ਮੈਂ ਗਲਤ ਨਾ ਹੋਵਾਂ ਕਿ ਅਗਰ ਭਾਰਤ ਤੋਂ ਬਾਅਦ ਕੋਈ ਮੂਵਮੈਂਟ ਚੱਲੀ ਆ ਜੀ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜਿਹੜੀ ਆ ਵਨ ਆਫ ਪਹਿਲਾ, ਹਾਂਜੀ ਹਾਂਜੀ, ਇੰਗਲੈਂਡ ਦੇ ਵਿੱਚ। ਇੰਗਲੈਂਡ ਦੇ ਵਿੱਚ, ਹਾਂਜੀ ਤੇ ਹਾਂਜੀ। ਉਹਦੇ ਨਾਲ ਹੀ ਨਾਲ ਜਦੋਂ ਤੁਸੀਂ ਕੰਮਾਂ ਦੀ ਦੇਖਦੇ ਆ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਇਕੱਲਾ ਇੱਥੇ ਹੀ ਨਹੀਂ ਕੰਮ ਕੀਤਾ, ਹੂੰ, ਉੱਤੇ ਪਿੱਛੇ ਆਪਣਾ ਜਿਹੜਾ ਸਾਡਾ ਭਾਈਚਾਰਾ ਜਿਹੜਾ ਬ੍ਰਦਰਨ ਇਨ ਇੰਡੀਆ, ਉਹਨਾਂ ਵਾਸਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਹਮੇਸ਼ਾ ਹੀ ਆਪਣਾ ਮਤਲਬ ਅਵਕਾਰਸ਼ੀਲ ਰਹੇ ਆ ਕਿ ਐਨੀਵੇਅਰ even in the world if there is any injustice being done to the people, especially Bahujan Samaj in India, ਜੀ, ਤਾਂ ਜੀ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਪਹਿਲੀ ਕਤਾਰ ਦੇ ਜਾ ਕੇ ਉਹਦੇ ਲਈ ਜਦੋਜਹਿਦ ਕੀਤੀ। ਜੀ ਜੀ ਤਾਂ ਉਹਦੇ ਨਾਲ ਕਿ ਜਿੱਦਾਂ ਮੁਹੰਮਦ ਸਾਹਿਬ ਜੀ ਨੇ ਦੱਸਿਆ ਕਿ ਜਿਹੜੀ ਧਾਰਮਿਕ ਮੂਵਮੈਂਟ ਨੂੰ ਵੀ ਅਸੀਂ ਜਿਹੜੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਆ ਉਹਨਾਂ ਨੇ ਨਾਲੋਂ ਨਾਲ ਲਿਆ। ਕਮੇਟੀ ਤਾਂ ਬਣ ਗਈ, ਜੀ ਜੀ ਤਾਂ ਉਹਦੇ ਨਾਲ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਰਿਲੀਜੀਅਸ ਮੈਸੇਜ ਆ ਸਾਨੂੰ ਜੀ। ਪਲੇਟਫਾਰਮ ਜਿਹੜਾ ਸਾਨੂੰ ਦਿੱਤਾ ਆ ਜੀ, ਜੀ। ਕਿ ਅਗਰ ਅਸੀਂ ਇਕੱਠਾ ਹੋਣਾ ਚਾਹੁੰਦੇ ਆ ਜੀ। ਯੂ ਹੈਵ ਟੂ ਕਮ ਅੰਡਰ ਵਨ ਅੰਬ੍ਰੇਲਾ। ਜੀ ਜੀ ਕਿ ਇੱਥੇ ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦਾ ਜਾਵਾਂ ਕਿ ਬਾਬਾ ਸਾਹਿਬ ਕਹਿੰਦੇ ਆ ਕਿ ਵਿਚਾਰ ਪਰਿਵਰਤਨ ਜਿਹੜਾ ਆ ਬਹੁਤ ਜ਼ਰੂਰੀ ਆ, ਹਾਂਜੀ ਹਾਂਜੀ। ਬਿਨਾਂ ਵਿਚਾਰ ਪਰਿਵਰਤਨ ਤੋਂ ਕੋਈ ਮੂਵਮੈਂਟ ਅੱਗੇ ਵੱਧਦੀ ਨਹੀਂ ਵੱਧ ਸਕਦੀ। ਤੇ ਇਹ ਵਿਚਾਰ ਪਰਿਵਰਤਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਨੇ ਇਹ ਲਿਆਂਦਾ। ਜੀ ਜੀ ਉਹਦੇ ਨਾਲ ਫਿਰ ਆਚਰਣ ਪਰਿਵਰਤਨ, ਜੀ ਜੀ ਤੇ ਆਚਰਣ ਪਰਿਵਰਤਨ ਦੇ ਨਾਲ ਸੰਸਕ੍ਰਿਤਿਕ ਪਰਿਵਰਤਨ। ਜੀ ਜੀ ਸਾਨੂੰ ਸੰਸਕ੍ਰਿਤੀ ਮਿਲੀ, ਜੀ। ਸੰਸਕ੍ਰਿਤਿਕ ਪਰਿਵਰਤਨ ਹੋਏ। ਮੈਂ ਜੀ। ਆਪਣੀ ਗੱਲ ਕਰਾਂ ਕਿ ਅਗਰ ਮੇਰੇ ਵਿੱਚ ਪਰਿਵਰਤਨ ਆਇਆ ਤੇ ਇਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਕਮੇਟੀ ਗ੍ਰੇਟ ਬ੍ਰਿਟਨ ਕਰਕੇ, ਸਹੀ ਗੱਲ ਹੈ। ਕਿਉਂਕਿ ਮੈਂ ਇਨਸਪਾਇਰ ਹੋਇਆ ਤੇ ਉਹਨਾਂ ਦੇ ਮੈਂਬਰਾਂ ਦੇ ਕੋਲੋਂ ਮੈਂ ਇਹ ਸਿੱਖਿਆ ਤੇ ਇਹ ਪ੍ਰੇਰਿਤ ਹੋਇਆ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਇੱਕ ਪਤਾ ਨਹੀਂ ਕਿੰਨੇ ਤੋਂ ਪ੍ਰੇਰਿਤ ਹੋ ਕੇ ਕਿੰਨੀਆਂ ਸੰਸਥਾਵਾਂ ਵੀ ਬਣੀਆਂ। ਤੇ ਉਹਦੇ ਨਾਲ ਫਿਰ ਗੱਲ ਆਉਂਦੀ ਆ ਕਿ ਜਿਹੜੀ ਸਮਾਜਿਕ ਪਰਿਵਰਤਨ, ਜੀ ਜੀ ਸਮਾਜ ਦੇ ਇੱਕ ਸਮਾਜ ਤਿਆਰ ਹੋਇਆ। ਜੀ। ਡਾਕਟਰ ਮੈਂ ਸਪੈਸ਼ਲੀ ਵੂਲਵਰਹੈਂਪਟਨ ਦੀ ਗੱਲ ਕਰਾਂ, ਹੁਣ ਤਾਂ ਮਤਲਬ ਸਾਰੇ ਇੰਗਲੈਂਡ ਦੇ ਵਿੱਚ ਇਹ ਪਰਿਵਰਤਨ ਆਇਆ ਬਾਬਾ ਸਾਹਿਬ ਦੀ ਮੂਵਮੈਂਟ ਦਾ, ਔਰ ਵਰਲਡ ਵਾਈਡ ਆਇਆ। ਜੀ। ਤੇ ਉਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਦਾ ਜਿਹੜਾ ਆ ਉਹਦੇ ਵਿੱਚ ਬਹੁਤ ਯੋਗਦਾਨ ਆ। ਜੀ ਜੀ ਤੇ ਉਹਦੇ ਨਾਲ ਜਦੋਂ ਸਮਾਜਿਕ ਪਰਿਵਰਤਨ, ਫਿਰ ਉਹਨੇ ਦੇਖਿਆ ਕਿ ਵੀ ਜਿਹੜਾ ਬਾਬਾ ਸਾਹਿਬ ਸਾਨੂੰ ਅਸਲੀ ਜਿਹੜਾ ਦੇ ਕੇ ਗਏ ਆ ਕਿ ਅੰਬਰੇਲਾ, ਜੀ ਜੀ ਧਾਰਮਿਕ ਪਰਿਵਰਤਨ ਜੀ ਜੀ ਜਿਹੜਾ ਕਿ ਬਹੁਤ ਜ਼ਰੂਰੀ ਆ। ਜੀ। ਆਹ ਸਮੇਂ ਦੀ ਪੁਕਾਰ ਆ ਕਿ ਅਗਰ ਇਕੱਠੇ ਹੋਣਾ ਤੇ ਸਾਨੂੰ ਸਮਾਜਿਕ, ਧਾਰਮਿਕ ਤੇ ਆਰਥਿਕ ਪਰਿਵਰਤਨ ਦੇ ਨਾਲ ਫਿਰ ਹੀ ਰਾਜਨੀਤਿਕ ਪਰਿਵਰਤਨ ਆਉਣਾ ਆ। ਜੀ ਜੀ ਤਾਂ ਇਹ ਦੇਖੋ ਕਿ 1973 ਵਿੱਚ ਜੇ ਬੇਸ਼ੱਕ ਉਹ ਜਿਹੜੀ ਕਾਨਫਰੰਸ ਜਿਹੜੀ ਆ ਉੱਥੇ ਵੈਸਟਬਰਮ ਵਿੱਚ ਹੋਈ ਹੈ, ਦੀਕਸ਼ਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਜਿਹੜਾ ਉਹਦੇ ਵਿੱਚ ਬੜਾ ਬਹੁਤ ਯੋਗਦਾਨ ਵੱਡਾ ਸੀ ਦਾਨ ਸੀ। ਕਿ ਉਹਨਾਂ ਨੇ ਦੇਖਿਆ ਕਿ ਬਾਬਾ ਸਾਹਿਬ ਤਾਂ ਤਿੰਨ ਸਾਨੂੰ ਬੱਸਾਂ। ਮਿਲ ਗਏ ਆ, ਜੀ ਜੀ ਲੇਕਿਨ ਉਹਨਾਂ ਦੀ ਜਿਹੜੀ ਸਾਨੂੰ ਕੀ ਕਰਨਾ ਚਾਹੀਦਾ। ਅਸੀਂ ਕਹਿੰਦੇ ਤਾਂ ਹੈਗੇ ਕਿ ਡਾਕਟਰ ਬਾਬਾ ਸਾਹਿਬ ਨੇ ਆਹ ਕੀਤਾ, ਲੇਕਿਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਕਰਨ ਦੇ ਵਿੱਚ ਬਿਲੀਵ ਕਰਦੀ ਹੈ ਜੀ ਜੀ ਕਿ ਸਾਨੂੰ ਕੀ ਕਰਨਾ ਚਾਹੀਦਾ। ਤੇ ਉਸ ਮਾਧਿਅਮ ਤੋਂ ਉਦੋਂ ਜਿਹੜੀ ਪਰਿਵਰਤਨ, ਰਿਲੀਜੀਅਸ ਪਰਿਵਰਤਨ ਹੋਇਆ ਜੀ, ਤੇ ਜੀ। ਉਹਦੇ ਨਾਲ ਉੱਥੇ ਜਿਹੜੀ ਧਾਰਮਿਕ ਜਿਹੜੀ ਉੱਥੇ ਆਪਣੇ ਦੀਕਸ਼ਾ ਹੋਈ ਆ, ਜੀ ਜੀ ਤੇ ਉਹਦੇ ਵਿੱਚ 22 ਪ੍ਰਤਿਗਿਆਵਾਂ ਲੈ ਕੇ ਤਥਾਗਤ ਬੁੱਧ ਦੇ ਧੰਮ ਨੂੰ, ਬੁੱਧ ਤੇ ਧੰਮ ਸੰਘ ਦੀ ਸ਼ਰਨ ਵਿੱਚ ਗਏ। ਇਹ ਇੱਕ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਬਹੁਤ ਵੱਡਾ ਇੱਕ ਉਪਰਾਲਾ ਸੀ। ਉਹਦੇ ਨਾਲ ਹੀ ਨਾਲ ਦੂਸਰੇ ਵੈਸਟਰਨ ਕੰਟਰੀਆਂ ਦੇ ਜਿਹੜੇ ਦੂਸਰੇ ਪੜ੍ਹੇ ਲਿਖੇ ਲੋਕ ਆ, ਸਪੈਸ਼ਲੀ
ਯੂਨੀਵਰਸਿਟੀਆਂ ਦੇ ਵਿੱਚ ਜੀ ਜੀ ਉੱਤੇ ਪਰ ਕਿ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਇੱਕ ਬਹੁਤ ਵੱਡਾ ਪੋਰਟਰੇਟ ਲਗਾਇਆ ਗਿਆ। ਸਾਊਥ ਦਾ ਗ੍ਰੇਜ਼ ਇਨ ਦੇ ਵਿੱਚ ਪੋਰਟਰੇਟ ਲੱਗਾ। ਹਾਂਜੀ, ਹਾਂਜੀ। ਇੱਥੋਂ ਤੱਕ ਨਹੀਂ, ਮੈਂ ਇੱਥੇ ਗੌਰਵ ਜੀ ਨੂੰ ਅੱਗੇ ਵੀ ਸਾਡੀ ਗੱਲ ਹੋਈ ਆ ਕਿ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੋਰਟਰੇਟ ਲੱਗਾ ਉਹ ਪਹਿਲਾ ਪੋਰਟਰੇਟ ਜਿਹੜਾ ਆ ਉਹ 1970 ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਲਗਾਇਆ ਗਿਆ 1974 ਚ 1974 ਦੇ ਵਿੱਚ। ਲੱਗਿਆ ਸੀ। ਉਸ ਤੋਂ ਬਾਅਦ ਤਾਂ ਸਟੈਚੂ ਵੀ ਲੱਗੇ। ਉਹ ਬਾਅਦ। ਤੇ ਆ ਜਿਹੜਾ ਤੁਸੀਂ ਨੋਬਲ ਟਾਸਕ ਕਰ ਰਹੇ ਆ ਹਾਂਜੀ, ਕਿ ਇਹ ਗੱਲਾਂ ਕਈ ਜਿਹੜਾ ਸੋਸ਼ਲ ਮੀਡੀਆ ਭੁੱਲ ਚੁੱਕਾ ਆ ਕਿ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ। ਇਹ ਤਾਂ ਹੋਈ ਸਹੀ ਗੱਲ। ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੇ ਇਹ ਤੇ ਉਹਦੇ ਨਾਲ ਜਿਹੜਾ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਬੁੱਧ ਵਿਹਾਰ ਜੀ ਜੀ ਹਾਂ ਬਾਈ ਪੰਜਾਬੀ ਜਾਂ ਬਾਈ ਇੰਡੀਅਨ ਜੀ ਜੀ ਤੇ ਉਹ ਵੂਵਹੈਂਪਟਨ ਦੇ ਵਿੱਚ 1463 ਰੋਡ ਦੇ ਉੱਤੇ ਬਣਿਆ। ਜੀ ਸਹੀ ਉਸ ਗੱਲ ਤੋਂ ਬਾਅਦ ਸਟਿਨਰੀ ਹਾਂ। 100 ਸਾਲਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਮਨਾਉਣਾ ਸੀ। ਤੇ ਜੀ। ਕਿਉਂਕਿ ਟੀਮ ਵਰਕ ਆ, ਕਿਉਂਕਿ ਹਮੇਸ਼ਾ ਹੀ ਜਦੋਂ ਸਾਡੀ ਗੌਰਵ ਜੀ ਜਦ ਚਲੇ ਕਿਤੇ ਬੈਠੇ ਹੋਈਏ ਚਾਹੇ ਟ੍ਰੇਨ ਪਲੇਨ ਬੱਸ ਹਾਂ, ਕਿਤੇ holiday। ਵੀ, ਤੇ ਸਾਡੀ ਗੱਲ ਜਿਹੜੀ ਆ ਹੌਲੀਡੇ ਜਾਈ Holiday ਗਈ ਹੋਈ ਗਏ ਆ। ਜੀ, ਤੇ ਜੀ। ਸਾਡਾ ਜਿਹੜਾ ਮਿਸ਼ਨ ਆ ਉਹ ਜੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਆ। ਸਹੀ ਤੇ ਗੱਲ। ਉੱਥੇ ਗੱਲ ਹੁੰਦੀ ਆ। ਤੇ ਫਿਰ ਇਹ 100 ਸਾਲ ਜਿਹੜੀ ਮਨਾਈ ਗਈ ਤੇ ਅੱਜ ਇਸ ਬਿਲਡਿੰਗ ਦੇ ਵਿੱਚ ਆਪਾਂ ਬੈਠੇ ਆ, ਇਹ ਸਾਰੇ ਦਾ ਸਾਰਾ ਜਿਹੜਾ ਪਲਾਟ ਆ ਜੀ। ਉਹ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਚਮਨ ਲਾਲ ਜੱਖੂ ਜੀ ਨੇ ਹਾਂਜੀ, ਇਹ ਹਾਂਜੀ। ਉਹਨਾਂ ਨੇ ਖਰੀਦ ਕੇ ਕਮੇਟੀ ਨੂੰ ਦਾਨ ਕੀਤਾ ਤੇ ਕਮੇਟੀ ਦੇ ਸਾਰੇ ਮੈਂਬਰਾਂ ਨੇ ਰਲ ਕੇ ਸਪੋਰਟਰਾਂ ਨੇ ਬੜੀ ਸਪੋਰਟ ਕੀਤੀ ਤੇ ਇਹ ਨਵਾਂ ਬੁੱਧ ਵਿਹਾਰ ਜਦੋਂ ਬਣਿਆ ਇਹਦਾ ਪਹਿਲਾ ਨਾਂ ਜਿਹੜਾ ਡਾਕਟਰ ਅੰਬੇਡਕਰ ਬੁੱਧ ਵਿਹਾਰ ਰੱਖਿਆ ਗਿਆ ਸੀ। ਤਾਂ ਇਸ ਏਰੀਏ ਦਾ ਨਾਮ ਵੀ ਅੰਬੇਡਕਰ ਨਗਰ, ਅਗਰ ਬਾਅਦ ਦੇ ਵਿੱਚ ਬੇਸ਼ੱਕ ਰੋਡਾਂ ਦੇ ਨਾਮ ਨਹੀਂ ਰੱਖ ਦਿੱਤੇ ਗਏ ਵੀ ਤੇ ਲੇਕਿਨ ਇਸ ਵੂਵਹੈਂਪਟਨ ਦੇ ਵਿੱਚ ਅੰਬੇਡਕਰ ਨਗਰ ਜਿਹੜਾ ਆ ਕੌਂਸਲ ਦੇ ਪੇਪਰਾਂ ਦੇ ਵਿੱਚ ਇਹ ਦਰਜ ਆ। ਤੇ ਇਹ ਕਮੇਟੀ ਨੇ ਕੀਤਾ ਤੇ 1991 ਦੇ ਵਿੱਚ ਇਹ ਬੁੱਧ ਵਿਹਾਰ ਜਿਹੜਾ ਇਹਦੀ ਓਪਨਿੰਗ ਹੋਈ ਤੇ ਬਾਬਾ ਸਾਹਿਬ ਦਾ ਕੋਟੀ ਕੋਟੀ ਪ੍ਰਣਾਮ ਕਰਦੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿ ਥੈਂਕ ਯੂ ਬਾਬਾ ਸਾਹਿਬ ਡਾਕਟਰ ਅੰਬੇਡਕਰ, ਤੁਹਾਡੇ ਕਰਕੇ ਸਾਡਾ ਜੋ ਜੀਵਨ ਸਾਨੂੰ ਜੋ ਕੁਝ ਮਿਲਿਆ ਆ ਤੇ ਆ ਬੁੱਧ ਵਿਹਾਰ ਤੁਹਾਨੂੰ ਅਸੀਂ ਡੈਡੀਕੇਟ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਆਪਣਾ ਫਿਰ ਵੀ ਤੁਹਾਡੇ ਵੱਲ ਆਉਂਦੇ ਆ, ਸਮਾਂ ਬਹੁਤ ਜਲਦੀ ਜਲਦੀ ਜਾ ਰਿਹਾ। ਇੱਕ ਲਾਈਵ ਕਾਲ ਵੀ ਆਇਆ ਹੈ। ਹੈਲੋ ਜੀ। ਹੈਲੋ ਕੌਣ ਤੇ ਕਿੱਥੋਂ ਬੋਲ ਰਹੇ ਜੀ? ਹੈਲੋ ਜੈ ਭੀਮ ਜੀ, ਸੋਮਲਾਲ ਸਾਂਪਲਾ ਜਰਮਨ ਤੋਂ। ਹਾਂ, ਤੁਹਾਡਾ ਲੋਟਸ ਟੀਵੀ ਦੇ ਸਟੂਡੀਓ ਸਭ ਸਵਾਗਤ ਹੈ ਜੀ। ਤੇ ਅਸੀਂ 2 ਮਿੰਟ ਦੇ ਵਿੱਚ ਆਪਣੀ ਗੱਲ ਕਰੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਨਵੀਂ ਬਣੀ ਕਮੇਟੀ ਨੂੰ ਜੀ। ਅਤੇ 54 ਬਰੇ ਗੰਢ ਮਨਾਉਣ ਦੇ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਵੱਲੋਂ ਜੀ ਜੀ ਬਹੁਤ ਬਹੁਤ ਵਧਾਈਆਂ ਦਿੰਦਾ। ਜੀ 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 ਥੈਂਕ ਦੂਸਰਾ ਯੂ ਕੌਲ ਜੀ ਸੁਮਨ ਜੀ, ਜੀ ਸਤਪਾਲ ਮਮਨ ਜੀ ਲੰਡਨ ਤੋਂ, ਪ੍ਰੋਫੈਸਰ ਗੌਰਵ ਜੀ ਪਠਾਨੀਆ USA ਤੋਂ। ਜੀ ਜੀ ਇਹਨਾਂ ਦੇ ਵਿਚਾਰ ਸੁਣੇ ਤੇ ਬਹੁਤ ਹੀ ਵਧੀਆ ਲੱਗਾ ਤੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਰਮਨ ਤੋਂ। Thank you. ਨਮੋ ਬੁੱਧਾ, ਜੈ ਭੀਮ। ਬਹੁਤ ਬਹੁਤ ਧੰਨਵਾਦ ਜੀ ਸੋਨਾ ਸਾਂਪਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਥੋੜੇ ਜਿਹੇ ਆਪਾਂ ਨੂੰ ਆਪਣੀ ਥੋੜੀ ਇਨਫੋਰਮੇਸ਼ਨ ਵੀ ਸੀਗੀ ਜੀ। ਜੇ ਅਮਿਤਾਭ ਕੌਲਤਾਰ ਦੀ ਤੁਸੀਂ ਗੱਲ ਕੀਤੀ ਸੀ, ਉਹਨਾਂ ਨੇ ਚੇਅਰਮੈਨਸ਼ਿਪ ਥੱਲੇ ਅੱਜ ਦੀ ਜਿਹੜੀ ਆਪਣੀ ਚੋਣ ਹੋਈ ਆ, ਉਹਨਾਂ ਦੀ ਡਾਟਰ ਜੋ ਡਾਟਰ ਸੀਗੀ ਯਸ਼ੋਧਰਾ ਕੌਲਤਾਰ, ਉਹਨਾਂ ਦੀ 26 ਜੁਲਾਈ ਨੂੰ ਬਰਥਡੇ ਦੀ। ਯਸ਼ੋਧਰਾ ਨੇ ਕਾਫੀ ਕੰਮ ਕੀਤਾ। ਦੇਖੋ ਜੀ ਯੰਗਸਟਰ, ਹਾਂਜੀ ਦੇਖੋ ਬੱਚੇ ਜਦੋਂ ਪੈਦਾ ਹੋਏ ਅੱਜ ਸੈਕਟਰੀ ਜੌਬ ਵੀ ਕੀਤੀ ਸੀ। 25 ਪਾਉਂਡ ਉਹਨਾਂ ਨੇ ਲੋਟਸ ਟੀਵੀ ਨੂੰ ਦਾਨ ਕੀਤੇ ਆ। ਉਹਦੇ ਨਾਲ ਨਾਲ ਸਮਿਤਰੀ ਦਾਦਰਾ ਨੇ ਅੱਜ ਉਹ ਚੋਣ ਬਣੀ ਆ, ਇਹਦੀ ਖੁਸ਼ੀ ਵਿੱਚ 20 ਪਾਉਂਡ ਦਾਨ ਕੀਤੇ ਆ। ਹਾਂਜੀ, ਤੇ ਸਾਡੇ ਵੱਲੋਂ ਵੀ ਫੈਮਿਲੀ ਵੱਲੋਂ ਸਾਡੇ ਪੋਤਰੇ ਬਰਥਡੇ ਸੀ ਜੀ ਨਿੱਕੂ ਦੇ। ਹਾਂਜੀ, ਤੇ ਸਾਡੇ ਵੱਲੋਂ 20 ਪਾਉਂਡ ਦਾਨ ਕਰ ਰਹੇ ਆ। ਤੇ ਉਹਦੇ ਨਾਲ ਮੈਂ ਥੋੜੀ ਜਿਹੀ ਕਰੈਕਸ਼ਨ ਕਰਦਾ ਜਾਵਾਂ। ਹਾਂਜੀ, ਹਾਂਜੀ। ਅਮਿਤਾਭ ਕੌਲਤਾਰ ਜੀ ਦੀ ਜਿਹੜੀ ਦੂਸਰੀ ਬੇਟੀ ਆ ਸੁਜਾਤਾ ਕੌਲਤਾਰ ਜੀ, ਹਾਂਜੀ, ਉਹਦੇ ਵੀ ਅੱਜ ਜਨਮ ਦਿਨ ਆ। ਆਹਾ। ਤੇ ਯਸ਼ੋਧਰਾ ਦਾ ਜਨਮ ਦਿਨ 26 26 ਨੂੰ ਆ। ਹਾਂਜੀ। ਤੇ ਅਸੀਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਕਿ ਹਾਂਜੀ। ਬੱਚਿਆਂ ਵਾਸਤੇ ਵਿਸ਼ੇਸ਼ ਆ ਵਿਦ ਦੀ ਬਲੇਸਿੰਗ ਆਫ ਦ ਲਾਰਡ ਬੁੱਧ ਧੰਮ ਸੰਘ, may they all be blessed with their good health and happiness, may they be successful in their life। ਬਹੁਤ ਬਹੁਤ ਧੰਨਵਾਦ ਜੀ। ਆਪਾਂ ਨੂੰ ਆਏ ਆ ਟੈਲੀਫੋਨ ਵੀ ਆਏ ਆ, ਵਧਾਈਆਂ ਦੇ ਰਹੇ ਆ ਧਰਮਪਾਲ ਬੰਗੜ, ਜੋਗਿੰਦਰ ਬੰਗੜ ਜੀ, ਜਸਵਿੰਦਰ ਬਾਗਾ ਜੀ, ਤੇ ਇਹਦੇ ਨਾਲ ਨਾਲ ਜਸਵਿੰਦਰ ਕਲੇਰ, ਜੋਗਿੰਦਰਪਾਲ ਕਲੇਰ ਜੀ ਬਰਮਿੰਘਮ ਤੋਂ, ਖੁਸ਼ੀਰਾਮ ਕੈਨੇਡਾ ਤੋਂ ਜੀ ਯਾਦ ਕਰ ਰਹੇ ਆ। ਹਾਂਜੀ ਹਾਂਜੀ, ਤੇ ਇਹਦੇ ਨਾਲ ਮੈਂ ਨਿਰਮਲਾ ਚੌਹਾਨ ਜੀ, ਮਦਨ ਚੌਹਾਨ ਤੇ ਨਿਰਮਲਾ ਚੌਹਾਨ ਜੀ, ਸੋਹਣਾ ਰੱਤੂ ਜੀ, ਸਾਰੀ ਫੈਮਿਲੀ ਨਾਲ ਸ਼ਾਦੀ, ਸਤਿਆ ਸੱਲਣ ਜੀ, ਆਪਣੇ ਨਿਰਮਲਾ ਭਾਟੀਆ ਜੀ, ਹਰਮੇਸ਼ ਜੱਸਲ, ਸਤਿਆ ਜੱਸਲ ਜੀ,
ਇਹਦੇ ਨਾਲ ਹੀ ਪ੍ਰੇਮ ਚਮਕੀਲਾ, ਜਨਿੰਦਰ ਕੌਰ ਜੀ, ਡਾਲੈਸ ਰਾਮਪਾਲ ਝੱਲੀ, ਮਿੰਦੋ ਝੱਲੀ ਜੀ, ਜਗਦੀਸ਼ ਦਾਦਰਾ, ਸਮਿਤਰੀ ਦਾਦਰਾ ਜੀ, ਕੇਐਲ ਚੰਦ ਬੈਡਫੋਰਡ ਤੋਂ ਜੀ ਵਧਾਈਆਂ ਦੇ ਰਹੇ ਆ। ਸੋਹਣ ਲਾਲ ਸਾਂਪਲਾ ਜੀ ਜਰਮਨੀ ਤੋਂ ਲਾਈਵ ਵੀ ਵਧਾਈ ਦੇ ਕੇ ਗਏ ਆ। ਇਹਦੇ ਧਰਮਚੰਦ ਮਹੇਜ ਜੀ ਬਰਮਿੰਘਮ ਤੋਂ ਉਹ ਵੀ ਵਧਾਈ ਦੇ ਰਹੇ ਆ। ਨਰੇਸ਼ ਮਡਾਰ ਜੀ ਤੇ ਕਵਿਤਾ ਮਡਾਰ ਜੀ ਵੀ ਵਧਾਈਆਂ ਦੇ ਰਹੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਸਾਨੂੰ ਫੀਡਬੈਕ ਕਰਦੇ ਰਹਿਣਾ। ਸਮਾਂ ਬਹੁਤ ਜਲਦੀ ਜਾ ਰਿਹਾ ਜੀ। ਪ੍ਰੋਫੈਸਰ ਸਾਹਿਬ, ਕਮੇਟੀ ਬਾਰੇ ਤੁਹਾਡਾ ਕੀ ਵਿਚਾਰ ਹੈ? ਕਮੇਟੀ ਨੂੰ ਮਿਲ ਕੇ ਬਹੁਤ ਵਿਹਾਰ ਨੂੰ ਦੇਖ ਕੇ, ਕਮਿਊਨਿਟੀ ਸੈਂਟਰ ਦੇਖ ਕੇ ਤੁਹਾਡਾ ਕੀ ਵਿਚਾਰ ਹੈ? ਵੈਲ, ਪਹਿਲਾਂ ਤਾਂ ਸੁਮਨ ਜੀ ਨੇ ਕਾਫੀ ਦੱਸ ਹੀ ਦਿੱਤਾ ਹੈ ਕਮੇਟੀ ਬਾਰੇ, ਮੈਂ ਜ਼ਿਆਦਾ ਨਹੀਂ ਕਹਾਂਗਾ। ਮੈਨੂੰ ਲੱਗਦਾ ਸਤਪਾਲ ਜੀ ਕਿਉਂਕਿ ਤੁਹਾਡੇ ਨਾਲ ਲੰਬੇ ਟਾਈਮ ਤੋਂ ਜੁੜੇ ਆ, ਉਹ ਜ਼ਿਆਦਾ ਗੱਲ ਕਰਨਗੇ। ਪਰ ਮੈਨੂੰ ਜਿਹੜੀ ਇੱਕ ਹਜੇ ਤਾਂ it's just a ਸ਼ੁਰੂਆਤ ਹੈ ਨਾ, we just started, so I think it'll take some time, but ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ, I think it's a very 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 successful example, thank you, one of the successful examples of our unity, you know, and unity ਹੈਗੀ not just social level ਤੇ but religious level 'ਚ ਵੀ ਹੈਗੀ ਕਿ ਆਪਾਂ ਕਿੱਦਾਂ ਜੋ ਹੈ not just ਅੰਬੇਡਕਰ but ਬੁੱਧਿਜ਼ਮ ਦਾ ਵੀ ਕਿੱਦਾਂ ਪ੍ਰਚਾਰ ਕੀਤਾ ਇਹਦੇ ਅੰਦਰ ਹੀ, ਉਹਦੇ ਹੀ ਅੰਦਰ ਆਪਾਂ ਜੋ ਹੈ ਮਤਲਬ ਜਿਵੇਂ ਆਪਣੇ ਲੋਕੀ ਬਾਹਰ ਆ ਕੇ ਸੈਟਲ ਹੋ ਜਾਂਦੇ ਨੇ, ਪਰ ਕਿੱਦਾਂ ਆਪਣਾ ਕਮਿਟਮੈਂਟ ਰਿਹਾ ਕਿ ਤੁਸੀਂ ਹੋਮਲੈਂਡ ਆਪਣੀ ਉਹਨੂੰ ਨਹੀਂ ਭੁੱਲੇ। ਤੇ ਉੱਥੇ ਜਲੰਧਰ ਤੇ ਕਿੰਨਾ ਜ਼ਿਆਦਾ ਕੰਮ ਹਜੇ ਵੀ ਚੱਲ ਰਿਹਾ, ਕਿੰਨੇ ਸਕੂਲ ਤੁਸੀਂ ਖੋਲ੍ਹੇ, ਤੇ ਨੋਟ ਜਸਟ ਪੰਜਾਬ, ਕਰਨਾਟਕਾ ਵਿੱਚ ਵੀ ਤੁਹਾਡਾ ਜਿਹੜਾ ਮੈਨੂੰ ਲੱਗਦਾ ਇਹ ਸਾਰੇ ਬੜੇ ਜੋ ਹੈ ਇਹ ਬਹੁਤ ਬੜਾ ਕੰਟਰੀਬਿਊਸ਼ਨ ਹੈ ਕਿ ਬਿਯੋਂਡ ਆਵਰ ਆਈਡੈਂਟੀਟੀਜ਼ ਵੀ ਆਰ contributing to different states also ਤੇ ਜਿੱਦਾਂ ਸਮਨ ਜੀ ਨੇ ਵੀ ਮੈਂਸ਼ਨ ਕੀਤਾ, ਆਈ ਥਿੰਕ ਇੱਕ ਹੋਰ ਐਂਡ ਇਸ ਜਿਹੜੀ ਇਲੈਕਸ਼ਨ ਕਮੇਟੀ ਬਣੀ ਇਹਦੇ 'ਚ ਵੀ ਮੈਂ ਦੇਖ ਸਕਦਾ ਕਿ ਕਿੱਦਾਂ ਹੁਣ ਤੁਸੀਂ ਨਈ ਜਨਰੇਸ਼ਨ ਨੂੰ, ਯੰਗ ਜਨਰੇਸ਼ਨ ਨੂੰ ਵੀ ਵਿੱਚ ਲੈ ਕੇ ਆ ਰਹੇ ਹੋ, ਤੇ ਇਹ ਆਈ ਥਿੰਕ ਇਹਦੀ ਮੈਨੂੰ ਲੱਗਦਾ ਜ਼ਰੂਰਤ ਸੀਗੀ, ਉਹ ਤੁਸੀਂ ਵੇਖ ਹੀ ਰਹੇ ਹੋ। ਤੇ ਹੋਰ ਇੱਕ ਇੰਟਰਸਟਿੰਗ ਗੱਲ ਮੈਨੂੰ ਲੱਗੀ ਕਿ ਮੈਂ ਬੜੀ ਘੱਟ ਆਪਣੀ ਆਰਗੇਨਾਈਜੇਸ਼ਨਾਂ 'ਚ ਵੇਖਿਆ ਵੀ ਜਿੰਨਾ ਜਿਵੇਂ ਬਾਬਾ ਸਾਹਿਬ ਕਹਿੰਦੇ ਸੀਗੇ ਕਿ ਜਦੋਂ ਤੱਕ ਔਰਤਾਂ ਆਪਣੀ ਮੂਵਮੈਂਟ ਦਾ ਹਿੱਸਾ ਨਹੀਂ ਬਣਨਗੀਆਂ, ਆਪਣੀ 50% ਲੜਾਈ ਤਾਂ ਆਪਣੀ ਫੇਲ ਹੈ। ਤੇ ਇੱਥੇ ਮੈਂ ਵੇਖ ਰਿਹਾ ਕਿ ਇੱਥੇ ਮਤਲਬ ਔਰਤਾਂ ਦਾ ਅਲੱਗ ਇੱਕ ਵਿੰਗ ਬਣਾਇਆ ਹੋਇਆ ਤੇ ਉਹ ਆਪਣੇ ਲੈਵਲ 'ਚ ਵੀ ਕੰਮ ਕਰ ਰਹੀਆਂ ਤੇ ਉਹ ਕਮੇਟੀ ਦਾ ਵੀ ਮੈਂਬਰ। ਆਈ ਥਿੰਕ ਇਹ ਸਾਰਾ ਮਿਲਾ ਕੇ ਮੈਨੂੰ ਲੱਗਦਾ ਅੰਬੇਡਕਰ ਮੈਮੋਰੀਅਲ ਕਮੇਟੀ ਨੂੰ ਮੈਂ ਥੈਂਕ ਯੂ, ਮਤਲਬ ਮੈਂ ਬਹੁਤ ਧੰਨਵਾਦ ਜੀ, ਵਧਾਈ ਦੇ ਰਹੇ ਹਾਂ ਜੀ। ਤੇ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ। ਸਤਪਾਲ ਮੁਹੰਮਦ ਜੀ, ਤੁਸੀਂ ਤਾਂ ਅਸੀਂ ਤਾਂ ਇੱਕ ਇੰਗਲੈਂਡ ਦੇ ਵਿੱਚ ਅਗਰ ਜੇ ਕੋਈ ਅੰਬੇਡਕਰੀ ਸਟੇਟਸਮੈਨ ਕਹੂੰਗਾ ਅੰਬੇਡਕਰੀਆਂ ਦਾ ਤੇ ਸਾਡੇ ਸਤਪਾਲ ਮੁਹੰਮਦ ਜੀ ਹਨ। ਇਹਨਾਂ ਦੀ ਜੋ ਨਿਰਦੇਸ਼ ਹੈ ਅਸੀਂ ਹਮੇਸ਼ਾ ਇਹਨਾਂ ਦੀ ਦੱਸੇ ਹੋਏ ਸਲਾਹਾਂ 'ਤੇ ਹੀ ਮਤਲਬ ਚੱਲਦੇ ਹਾਂ, ਕਿਉਂਕਿ ਲੰਡਨ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੈ। ਬੜੀ ਦੇਰ ਤੋਂ ਇਹਨਾਂ ਦੀ ਜਿੰਨੀ ਵੀ ਸੰਸਥਾ ਕੰਮ ਕਰ ਰਹੀ ਹੈ ਔਰ ਬੜਾ ਸਟਰਗਲ ਕਰਨਾ ਪਿਆ ਇਹਨਾਂ ਨੂੰ, ਬਹੁਤ ਵੱਡੇ ਸਟਰਗਲ 'ਚੋਂ ਨਿਕਲ ਕੇ ਤਾਂ ਇਹਨਾਂ ਨੇ ਆਪਣੇ ਕਾਮਯਾਬੀ ਕੀਤੀ ਆ। ਅਤੇ ਆਪਣਾ ਸਤਪਾਲ ਮੁਹੰਮਦ ਜੀ, ਉੱਥੇ ਜਿਹੜਾ ਆਪਾਂ ਇਕੁਐਲਿਟੀ ਬਿੱਲ ਦਾ ਬਾਰੇ ਤੁਸੀਂ ਕਾਫੀ ਕੋਸ਼ਿਸ਼ ਕੀਤੀ, ਕੋਈ ਲੇਟੈਸਟ ਹੋ ਰਹੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਆ ਜਾਂ ਕਿ ਕੋਈ ਹੋਰ ਕੋਈ ਆਪਣਾ? ਹਾਂ, ਤੁਸੀਂ ਕੌਲ ਸਾਹਿਬ ਜ਼ਿਕਰ ਕਰ ਰਹੇ ਆ ਕਿ ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਲਾਅ ਇਸ ਕੰਟਰੀ ਦੇ ਵਿੱਚ ਆਪਾਂ ਸਾਰੇ ਰਲ ਕੇ ਕੈਂਪੇਨ ਕਰ ਰਹੇ ਸੀਗੇ ਕਿ ਜਿਹੜਾ ਵਿਤਕਰਾ ਜਾਤੀਵਾਦ ਦੇ ਆਧਾਰ ਤੇ ਹੁੰਦਾ ਉਹਨੂੰ ਸਟਾਪ ਕੀਤਾ ਜਾਵੇ, ਕਾਨੂੰਨ ਬਣਿਆ ਜਾਵੇ। ਤੁਸੀਂ ਉਹਦੀ ਜ਼ਿਕਰ ਕਰ ਰਹੇ ਨਾ, ਉਹਦਾ ਤੁਸੀਂ ਅਪਡੇਟ ਲੈਣਾ ਚਾਹੁੰਦੇ ਆ। ਉਹ ਅਪਡੇਟ ਦੇਣ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਕਰਨਾ ਚਾਹੁੰਦਾ, ਮੇਰੇ ਕੋਲ ਅਗਰ ਤੁਸੀਂ ਦੋ ਟਾਈਮ ਥੋੜਾ ਛੇਤੀ ਦੌੜਾ ਜਾ ਰਿਹਾ ਹੈਗਾ। ਇਹਨਾਂ ਨੇ ਮੂਵਮੈਂਟ ਦੀ ਗੱਲ ਕੀਤੀ ਆ ਆਪਾਂ, ਔਰ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਇੱਕ ਮੈਨੂੰ ਹੋਰ ਇੱਕ ਇਹਨਾਂ ਨੇ ਸ਼ਬਦ ਦਿੱਤਾ, ਉਹ ਕਹਿੰਦੇ ਸਿਰਫ ਮੂਵਮੈਂਟ ਜਿਹੜੀ ਆ ਮਾਡਰਨ ਟਾਈਮ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਮੋਬਿਲਾਈਜੇਸ਼ਨ ਇਜ਼ ਮੋਰ ਪਾਵਰਫੁਲ, ਨਾਟ ਜਸਟ ਮੂਵਮੈਂਟ। ਅੱਛਾ, ਉਹ ਜਿਹੜੀ ਮੋਬਿਲਾਈਜੇਸ਼ਨ ਹੈ ਉਹਦੇ ਵਿੱਚ ਜਿਹੜਾ ਕਾਂਸ਼ੀ ਟੀਵੀ ਦਾ ਜਿਹੜਾ ਰੋਲ ਹੈ ਇਜ਼ ਅਮੇਜ਼ਿੰਗ, ਕਿਉਂਕਿ ਇਹ ਕਾਂਸ਼ੀ ਟੀਵੀ ਇੱਕ ਇੱਦਾਂ ਦਾ ਚੈਨਲ ਆ ਜਿਹਦੇ ਵਿੱਚ ਡਾਇਵਰਸਿਟੀ ਜਿਹੜਾ ਹੈਗਾ it is put into action। ਇਹ ਚੈਨਲ 24/7 ਆ ਔਰ ਸਾਰਿਆਂ ਰਿਲੀਜੀਅਸ ਗਰੁੱਪਸ
ਜਿਹੜਾ ਵੀ ਕੋਈ ਇੱਥੇ ਪ੍ਰੋਗਰਾਮ ਆਪਣਾ ਦੇਣਾ ਚਾਹੁੰਦਾ ਉਹ ਪ੍ਰੋਗਰਾਮ ਤੇ ਆ ਕੇ ਦੇ ਸਕਦਾ। ਤੇ ਇਹ ਜਿਹੜਾ ਇਹ ਮੋਬਿਲਾਈਜੇਸ਼ਨ ਹੈ ਨਾ, ਮੈਂ ਕਾਂਸ਼ੀ ਟੀਵੀ ਨੂੰ ਕੰਗ੍ਰੈਚੁਲੇਟ ਕਰਦਾ, ਕਾਂਸ਼ੀ ਟੀਵੀ ਦੀ ਮੈਨੇਜਮੈਂਟ ਨੂੰ ਕੰਗ੍ਰੈਚੁਲੇਟ ਕਰਦਾ ਕਿ ਜਿਨ੍ਹਾਂ ਦੇ ਕਾਰਨ ਆਪਾਂ ਇਸ ਸਟੂਡੀਓ ਤੇ ਬੈਠ ਕੇ ਇਹ ਗੱਲ ਆਪਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਰਹੇ ਹਾਂ। ਦਿਸ ਇਜ਼ ਵੈਰੀ ਇੰਪੋਰਟੈਂਟ। ਗੋਇੰਗ ਬੈਕ ਟੂ ਜਿਹੜਾ ਤੁਸੀਂ ਕਾਸਟ ਡਿਸਕ੍ਰਿਮੀਨੇਸ਼ਨ ਲਾਅ ਦੀ ਜਿਹੜੀ ਗੱਲ ਕੀਤੀ ਸੀਗੀ, ਉਹ ਤੁਹਾਨੂੰ ਪਤਾ, ਦਰਸ਼ਕਾਂ ਨੂੰ ਵੀ ਪਤਾ ਕਿ ਉਹ ਆਪਾਂ ਕਿਹੜਾ ਸਟੈਪ ਲੈ ਕੇ ਕਿੱਥੇ ਤੱਕ ਪਹੁੰਚੇ, ਉਹਦੀ ਆਪੋਜੀਸ਼ਨ ਵੀ ਕਿੱਦਾਂ ਹੋਈ ਹੈ। ਔਰ ਉਹ ਆਪੋਜੀਸ਼ਨ ਦੇ ਬਾਰੇ ਆਪਾਂ ਜ਼ਿਆਦਾ ਜ਼ਿਕਰ ਨਹੀਂ ਕਰਾਂਗੇ, ਪਰ ਇਹ ਜ਼ਰੂਰ ਜ਼ਿਕਰ ਕਰਨਾ ਜ਼ਰੂਰੀ ਆ ਕਿ ਜਿਹੜੀ ਆਪੋਜੀਸ਼ਨ ਹੈ ਉਹ ਸਾਡੇ ਕੋਲੋਂ ਸਟਰੋਂਗ ਬਹੁਤ ਹੈ, ਉਹ ਮੋਰ ਪਾਵਰਫੁਲ ਆ। ਲੇਕਿਨ ਸਾਡੇ ਵਿੱਚ ਜਿਹੜਾ ਇੰਸਪੀਰੇਸ਼ਨ ਹੈਗਾ ਉਹ ਹੈਗਾ ਇਨਸਾਫ ਲੈਣਾ, ਇਕੁਆਲਿਟੀ ਨੂੰ ਪ੍ਰਮੋਟ ਕਰਨਾ, ਉਹ ਸਾਡਾ ਆਪਣਾ ਸਟਰੈਂਥ ਹੈਗਾ। ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਖਿਲਾਫ ਜਿਹੜੀ ਆਪਣੇ ਐਕਟਿਵਿਜ਼ਮ ਕਰ ਰਹੇ ਸੀ, ਉਹਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਇਹ ਤੁਹਾਨੂੰ ਪਤਾ 6-7-8 ਸਾਲ ਪਹਿਲਾਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀਗਾ ਕਿ ਅਸੀਂ ਇਹਨੂੰ ਡਿਲੀਟ ਕਰ ਦੇਣਾ। ਉਹ ਪ੍ਰੈਸ਼ਰ ਥੱਲੇ ਆ ਕੇ ਹੁਣ ਉਹਦਾ ਅਨਾਉਂਸਮੈਂਟ ਕਰ ਦਿੱਤਾ, ਕੋਈ ਡਿਲੀਸ਼ਨ ਕੋਈ ਨਹੀਂ ਹੋਈ। ਔਰ ਉਹਨਾਂ ਨੂੰ ਵੀ ਪਤਾ ਅਗਰ ਕੋਈ ਡਿਲੀਸ਼ਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜਿਹੜੇ ਅੰਬੇਦਕਰਵਾਦੀ ਹੈਗੇ, ਹੋਰ ਵੀ ਜਿਹੜੇ ਸਾਥੀ ਇਸ ਕਾਨੂੰਨ ਨੂੰ ਉਹ ਚਾਹੁੰਦੇ ਆ, ਉਹ ਉੱਠ ਕੇ ਖੜੇ ਹੋ ਜਾਣਗੇ। ਔਰ ਜਿਹੜੀ ਕੰਸਰਵੇਟਿਵ ਪਾਰਟੀ ਤੁਹਾਨੂੰ ਪਤਾ ਇਹ ਪਾਵਰ ਵਿੱਚ ਰਹੀ ਆ, ਇਹਨਾਂ ਵਿੱਚ ਆਪ ਵੀ ਬਹੁਤ ਡਿਫਿਕਲਟੀਆਂ ਪ੍ਰੋਬਲਮਸ ਹੈਗੀਆਂ। ਸੋ ਜਿਹੜਾ ਡਿਲੀਸ਼ਨ ਦਾ ਪਾਰਟ ਹੈਗਾ, ਇੱਕ ਤਾਂ ਉਹਨਾਂ ਕੋਲ ਪੋਲੀਟੀਕਲ ਸਟੈਮਿਨਾ ਹੈ ਨਹੀਂ ਉਹਨੂੰ ਡਿਲੀਟ ਕਰਨ ਵਾਸਤੇ। ਦੂਜਾ ਹੈਗਾ ਕਿ ਹੁਣ ਗਵਰਨਮੈਂਟ ਜਿਹੜੀ ਇਜ਼ ਕਮਿੰਗ ਅੰਡਰ ਪ੍ਰੈਸ਼ਰ, ਦੇयर ਕੁਡ ਬੀ ਅ ਚੇਂਜ ਇਨ ਗਵਰਨਮੈਂਟ। ਇਫ ਦੇयर ਇਜ਼ਨਟ ਅ ਚੇਂਜ ਇਨ ਗਵਰਨਮੈਂਟ, ਆਪਾਂ ਫਿਰ ਉਹਨੂੰ ਇੰਪਲੀਮੈਂਟ ਕਰਾਉਣ ਦੀ ਆਪਾਂ ਕੈਂਪੇਨ ਸ਼ੁਰੂ ਕਰਾਂਗੇ। ਪਰ ਸਾਨੂੰ ਚਾਂਸਸ ਲੱਗਦਾ ਕਿਉਂਕਿ ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਦਾ ਲਾਅ ਆ, ਉਦੋਂ ਲੇਬਰ ਪਾਰਟੀ ਉਦੋਂ ਪਾਵਰ ਵਿੱਚ ਸੀਗੀ। ਐਂਡ देयर इज अ ਚਾਂਸ ਕੋਈ ਪੋਲੀਟੀਕਲ ਪਾਰਟੀ ਦਾ ਬ੍ਰੋਡਕਾਸਟ ਨਹੀਂ ਕਰਨ ਲੱਗਾ ਇੱਥੇ, ਪੋਲੀਟੀਕਲ ਐਟਮੋਸਫੀਅਰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ देयर इज अ ਚਾਂਸ ਕਿ ਲੇਬਰ ਪਾਰਟੀ ਕੈਨ ਕਮ ਇਨਟੂ ਬੈਕ ਇਨਟੂ ਪਾਵਰ। ਤੇ ਸੋ ਅਸੀਂ ਉਹ ਜਿਹੜਾ ਇਸ਼ੂ ਹੈਗਾ ਉਹਨੂੰ ਆਪਾਂ ਇੰਪਲੀਮੈਂਟੇਸ਼ਨ ਕਰਨ ਦੀ ਔਰ ਮੈਂ ਇੱਥੇ ਪਲੇਟਫਾਰਮ ਤੋਂ ਦਰਸ਼ਕਾਂ ਨੂੰ ਦੱਸਣਾ ਵੀ ਚਾਹੁੰਦਾ ਕਿ ਉਹ ਡਿਸਅਪੋਇੰਟਮੈਂਟ ਨਾ ਹੋਣ, ਕਿਉਂਕਿ ਸਾਨੂੰ ਥੋੜੇ ਸਿਗਨਲ ਵੀ ਮਿਲ ਚੁੱਕੇ ਆ ਕਿ ਲੇਬਰ ਪਾਰਟੀ ਇਜ਼ ਐਕਟਿਵਲੀ ਇੰਟਰਸਟਿਡ ਇਨ ਇੰਪਲੀਮੈਂਟਿੰਗ ਦ ਕਾਸਟ ਡਿਸਕ੍ਰਿਮੀਨੇਸ਼ਨ ਲਾਅ। ਥੈਂਕ ਯੂ ਜੀ। ਸੋ ਹੋਰ ਅਗਰ ਤੁਹਾਡੇ ਕੋਲ ਕੋਈ ਬਹੁਤ ਪ੍ਰਸ਼ਨ ਹੈਗਾ ਤਾਂ ਉਹਦੇ ਬਾਰੇ ਆਪਾਂ ਜ਼ਿਕਰ ਕਰ ਸਕਦੇ ਹਾਂ। ਟਾਈਮ ਆਪਾਂ ਸਮਾਂ ਜਿਹੜਾ ਬਹੁਤ ਜਲਦੀ ਆਪਾਂ ਖਤਮ ਹੋ ਰਿਹਾ। ਮੈਂ ਤੇ ਐਡ ਕਰ ਦਵਾਂ ਕਿ ਬਹੁਤ ਸੋਹਣਾ ਉਹਨਾਂ ਨੇ ਦੱਸਿਆ ਕਿ ਬਈ ਇਹ ਬੇਸ਼ੱਕ ਇਹ ਨਾ ਸਮਝਣ ਕਿ ਵੀ ਉਹ ਇੱਕ ਕੁਆਇਟ ਹੋ ਗਿਆ ਹੈ, ਲੇਕਿਨ ਜਿਹੜਾ ਬਾਬਾ ਸਾਹਿਬ ਦਾ ਜਿਹੜੇ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਨੂੰ, ਉਹ ਜਿਹੜਾ ਹਿਊਮਨ ਰਾਈਟਸ ਜਿਹੜਾ ਆਪਣੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਸੰਘਰਸ਼ ਆ, ਉਹ ਜਾਰੀ ਆ, ਉਹ ਜਾਰੀ ਰਹੇਗਾ। ਉਹ ਹੋਰ ਤਾਕਤ ਦੇ ਨਾਲ ਉੱਠਣਗੇ। ਤਾਂ ਉੱਥੇ ਇਹ ਆ ਕਿ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਯੂਨਿਟੀ ਦੀ ਜ਼ਰੂਰਤ ਹੈ। ਤੇ ਉਹਦੇ ਵਿੱਚ ਜਿਸ ਤਰ੍ਹਾਂ ਕਿਹਾ ਹੈ ਕਿ बुलबुलों के परों में बाज का परवाज नहीं होता, बिखरे हुए लोगों का राज नहीं होता, झुक झुक चलने की आदत है जिनको, उनके सिर पर कभी ताज नहीं होता। लेकिन इकट्ठे होके ਤੇ ਇਹ ਅਸੀਂ ਇਹ ਜਿਹੜਾ ਸੰਘਰਸ਼ ਆ ਉਹਨੂੰ ਜਾਰੀ ਰੱਖਾਂਗੇ ਉਦੋਂ ਤੱਕ ਵੀ। ਜਿੱਦਾਂ ਬਾਬਾ ਸਾਹਿਬ ਕਹਿੰਦੇ ਧੰਨ ਹਨ ਲੋਕ ਜਿਨ੍ਹਾਂ ਨੇ ਸੰਕਲਪ ਲਿਆ ਆ ਕਿ ਚਾਹੇ ਮੀਂਹ ਹੋਵੇ, ਹਨੇਰੀ ਹੋਵੇ, ਝੱਖੜ ਹੋਣ, ਤੇ ਚਾਹੇ ਜਿੰਨੀਆਂ ਮਰਜ਼ੀ ਤਕਲੀਫਾਂ ਹੋਣ, ਉਹਨਾਂ ਚਿਕਰ ਅਸੀਂ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਾਂਗੇ ਜਦ ਤੱਕ ਸਾਡਾ ਜਿਹੜਾ ਭਰਾ ਆ, ਸਾਡਾ ਜਿਹੜਾ ਭਾਈਚਾਰਾ, ਸਾਡਾ ਬਹੁਜਨ ਸਮਾਜ ਆ, ਉਹਨਾਂ ਨੂੰ ਮਨੁੱਖੀ ਅਧਿਕਾਰ ਮਿਲ ਨਹੀਂ ਜਾਂਦੇ। ਤੇ ਇਹ ਜਿਹੜਾ ਜਾਤ ਪਾਤ ਦਾ ਕੋੜ ਆ, ਇੱਕ ਦਿਨ ਇਹਨੂੰ ਖਤਮ ਕਰਕੇ ਹੀ ਰਹਾਂਗੇ। ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ। ਆਪਣੇ ਕੋਲ ਸਮਾਂ ਬਹੁਤ ਜਲਦੀ ਜਾ ਰਿਹਾ। ਲਾਸਟ ਦੇ ਵਿੱਚ ਤੁਸੀਂ ਆਪਣਾ 2 ਮਿੰਟ ਦੇ ਵਿੱਚ ਜਿਹੜਾ ਜੋ ਵੀ ਸੁਨੇਹਾ ਦੇਣਾ ਚਾਹੁੰਦੇ ਹੋ ਜੇ ਲੋਟਸ ਟੀਵੀ ਦੇ ਸਟੂਡੀਓ ਵਿੱਚ ਪਲੀਜ਼ ਦਿਓ, ਲੋਕਾਂ ਨੂੰ ਕੀ ਕਰਨਾ ਚਾਹੀਦਾ ਗਾਂ ਇਕੱਠੇ ਹੋਣ ਲਈ? ਕੋਲ ਸਾਹਿਬ ਮੈਨੂੰ ਲੱਗਦਾ ਸਤਪਾਲ ਜੀ ਨੇ, ਸੁਮਨ ਜੀ ਨੇ ਕਾਫੀ ਗੱਲਾਂ ਕਰਤੀ। ਮੈਂ ਜੋ ਹੈ ਤੁਹਾਡਾ ਸ਼ੇਅਰ ਬੜਾ ਵਧੀਆ ਸੀਗਾ ਮੈਂ ਤੇ ਮੈਂ ਇੱਕ ਛੋਟੀ ਜੀ ਇੱਕ ਗੱਲ ਸੁਣਾਉਣਾ ਚਾਹਾਂਗਾ ਜੋ ਮੈਂ ਆਪਣੇ ਗੁਰੂਆਂ ਤੋਂ ਸਿੱਖੀ। ਪ੍ਰੋਫੈਸਰ ਵਿਵੇਕ ਕੁਮਾਰ ਜਦੋਂ ਸਾਨੂੰ ਪੜ੍ਹਾਉਂਦੇ ਸੀਗੇ, ਸਟੇਜ ਤੇ ਵੀ ਆ ਚੁੱਕੇ ਆ, ਤੇ ਉਹ ਦੱਸਦੇ ਸੀਗੇ। ਇੱਕ ਮੈਂ ਸਟੋਰੀ ਸ਼ੇਅਰ ਕਰਨਾ ਚਾਹਾਂ ਤੇ ਇੱਕ ਵਾਰੀ ਇਹ ਤੇ ਮੈਸੇਜ ਸਮਝੋ ਇਹਨੂੰ ਕਿ ਇੱਕ ਵਾਰੀ ਇੱਕ ਜੰਗਲ 'ਚ ਅੱਗ ਲੱਗੀ ਹੈ ਤੇ ਉਹਦੇ ਵਿੱਚ ਇੱਕ ਬੜਾ ਦਰਖਤ ਸੀਗਾ ਜਿੱਥੇ ਬੜੇ ਇੱਕ ਸਾਰੇ ਆਪਣੇ
ਚਿੜੀਆਂ ਪਕਸ਼ੀਆਂ ਨੇ ਆਪਣੇ ਆਪਣੇ ਘੋਂਸਲੇ ਆਪਣੇ ਆਪਣੇ ਘਰ ਬਣਾਏ ਹੋਏ ਹਾਂਜੀ ਸੀ। ਹਾਂਜੀ ਤੇ ਜਦੋਂ ਅੱਗ ਲੱਗੀ ਹਾਂ ਤੇ ਸਾਰੇ ਉੱਡ ਗਏ। ਸਾਰੇ ਉੜ ਗਏ। ਇੱਕ ਚਿੜੀਆ ਜੋ ਹੈ ਉਹ ਹਾਂ, ਉੱਥੇ ਪਾਣੀ ਨਹੀਂ। ਕੀ ਕਹਿੰਦੀ, ਉਹ ਜਾਂਦੀ ਨੇੜੇ ਜਿਹੜਾ ਉਹ ਸੀਗਾ ਤਲਾਬ ਜਾਂ ਜਿਹੜਾ ਵੀ ਛੱਪੜ, ਛੱਪੜ ਤੇ ਜਾ ਕੇ ਉਹ ਆਪਣੀ ਚੋਂਚ ਤੇ ਇੱਕ ਬੂੰਦ ਦੋ ਬੂੰਦ ਭਰ ਕੇ ਉਹ ਅੱਗ ਤੇ ਸੁੱਟਦੀ ਹਾਂਜੀ ਤੇ ਉਹ ਬਾਰ-ਬਾਰ ਜਾਂਦੀ ਆ ਪਾਣੀ ਸੁੱਟਦੀ। ਜੀ। ਤੇ ਉੱਤੇ ਦੂਜੀ ਸਾਈਡ ਇੱਕ ਕਾਗਾ ਬੈਠਾ ਸੀਗਾ, ਕਊਆ ਜਿਹਨੂੰ ਕਹਿੰਦੇ, ਤੇ ਕਾਗਾ ਉਹਨੂੰ ਦੇਖ ਕੇ ਹੱਸ ਰਿਹਾ ਤੇ ਕਹਿੰਦਾ ਇਹ ਪਾਗਲ ਚਿੜੀਆ, ਤੈਨੂੰ ਲੱਗਦਾ ਤੇਰੀ ਇਸ ਕਰਕੇ ਤੇਰੀ ਦੋ ਬੂੰਦਾਂ ਨਾਲ ਇੰਨੀ ਬੜੀ ਅੱਗ ਬੁਝ ਜਾਊਗੀ? ਤੇ ਚਿੜੀਆ ਕਹਿੰਦੀ ਕਿ ਮੈਨੂੰ ਵੀ ਪਤਾ ਹੈ ਵੀ ਇਹ ਅੱਗ ਨਹੀਂ ਬੁਝਣੀ, ਮੈਂ ਜਿੰਨਾ ਵੀ ਕੋਸ਼ਿਸ਼ ਕਰਨਾ ਇਹ ਅੱਗ ਨਹੀਂ ਬੁਝਣੀ, ਪਰ ਉਹ ਕਹਿੰਦੀ ਜਦ ਇਸ ਅੱਗ ਦਾ ਇਤਿਹਾਸ ਲਿਖਿਆ ਜਾਵੇਗਾ ਤੇ ਮੇਰਾ ਨਾਮ ਜੋ ਹੈ ਉਹ ਅੱਗ ਬੁਝਾਉਣ ਵਾਲੇ ਦੀ ਲਿਸਟ 'ਚ ਆਵੇਗਾ, ਦੂਰ ਖੜੇ ਰਹਿ ਕੇ ਤਮਾਸ਼ਾ ਦੇਖਣ ਵਾਲੇ ਲਿਸਟ 'ਚ ਨਹੀਂ ਆਉਣਾ। ਤੇ ਆਈ ਥਿੰਕ ਉਹ ਸਾਨੂੰ ਹਰ ਕਿਸੇ ਨੇ ਜੋ ਵੀ ਜਿੱਥੇ ਵੀ ਹੈਗਾ ਜਿੰਨੀ ਵੀ ਕਪੈਸਿਟੀ ਹੈ ਆਪਾਂ ਨੂੰ ਕੰਟਰੀਬਿਊਸ਼ਨ ਕਰਨਾ ਹੈ ਮੂਵਮੈਂਟ 'ਚ, ਜਿਸ ਵੀ ਲੈਵਲ 'ਚ ਤੁਸੀਂ ਕਰ ਸਕਦੇ ਹੋ। ਤੇ ਇਹੀ ਆਪਣਾ ਮਿਸ਼ਨ ਹੈ, ਇਹੀ ਆਪਣੇ ਬਾਬਾ ਸਾਹਿਬ ਦਾ ਸੰਦੇਸ਼ ਹੈ। ਤੇ तो मेरे वालों भी आप सब ਨੂੰ ਇਹੋ ਹੀ ਬੇਨਤੀ ਹੈ ਕਿ ਜੋ ਇੱਡੀ ਦੂਰੋਂ ਆਪਣਾ ਕੀਮਤੀ ਵਕਤ ਕੱਢ ਕੇ ਆਪਣੇ ਜੇਬ 'ਚੋਂ ਪੈਸਾ ਖਰਚ ਕੇ ਇੱਥੇ ਸਾਡੇ ਕੋਲ ਆਏ ਹਨ, ਜੋ ਵੀ ਤੁਸੀਂ ਮਿਸ਼ਨ ਵਿੱਚ ਕੰਮ ਕੀਤਾ ਹੈ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ। ਅਗਰ ਜੇ ਤੇ ਇਹਨਾਂ ਨਾਲ ਕੰਟੈਕਟ ਕਰਨਾ ਨਹੀਂ ਹਾਲੇ ਤੱਕ ਕੀਤਾ, ਕਿਸੇ ਕੋਈ ਪਰਸਨ ਵੀ ਸੰਸਥਾ ਦੇ ਤੌਰ ਤੇ ਤਾਂ ਉਹ ਮੰਨਦੇ ਆ ਕਿ ਫਿਰ ਕਿ ਦੂਰ ਬੈਠੇ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ, ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ। ਅਸੀਂ ਇਹਨਾਂ ਨੂੰ ਤੁਹਾਡੇ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਆਪਣੀ ਇੰਟਰੋਡਿਊਸ ਆਪਣੀ ਸਟੋਰੀ ਆਪਣੀ ਦੱਸ ਸਕਦੇ ਆ। ਤਾਂ ਆਪਣੇ ਅਖੀਰ ਦੇ ਵਿੱਚ ਸੁਮਨ ਜੀ ਵਰਸ਼ਾਵਾ ਦਾ ਸਮਾਂ ਚੱਲਦਾ, ਕੋਈ ਗਾ ਸਕਦਾ ਕੋਈ? ਅੱਛਾ, ਗਾਦਾ ਸੁਣ ਤੋਂ ਪਹਿਲਾਂ ਸਾਡੇ ਆਪਣੇ ਹੋਰ ਆਏ ਆ ਜੀ, ਪ੍ਰੇਮ ਮਾਨ ਲੰਡਨ ਤੋਂ ਜੀ ਵਧਾਈਆਂ ਦੇ ਰਹੇ ਆ। ਰਾਮ ਪ੍ਰਕਾਸ਼ ਮੁਹੰਮਦ ਜੀ ਸਾਡੇ ਬਜ਼ੁਰਗ ਵਧਾਈਆਂ ਦੇ ਰਹੇ ਆ। ਮੁਲਕ ਰਾਜ ਸ਼ੀਸ਼ ਬੱਦਨ ਜੀ ਵਧਾਈਆਂ ਦੇ ਰਹੇ ਆ। ਹਾਂਜੀ, ਆਪਣਾ ਮਿੰਟ ਤੈਅ ਰਹਿ ਗਿਆ ਹੁਣ ਤੁਸੀਂ। ਉਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਕਿ ਆਪਣੇ ਕੋਲ ਸਮਾਂ ਵੀ ਘੱਟ ਹੈ ਕਿ ਬਹੁਤ ਉਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪ੍ਰੋਫੈਸਰ ਗੌਰਵ ਪਠਾਣੀਆ ਜੀ ਦਾ ਧੰਨਵਾਦ ਕਰਦਾ ਤੇ ਨਾਲ ਹੀ ਨਾਲ ਸਾਡੇ ਸਤਿਕਾਰਯੋਗ ਸਤਪਾਲ ਮੁਹੰਮਦ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਮਾਧਿਅਮ ਤੋਂ ਸਾਨੂੰ ਬੜੀ ਇਨਫੋਰਮੇਸ਼ਨ ਮਿਲੀ ਆ ਤੇ ਇਹ ਜੋ ਕੰਮ ਕਰ ਰਹੇ ਹਨ ਇੱਕ ਇਟਸ ਅ ਨੋਬਲ ਟਾਸਕ। ਤਾਂ ਇਹ ਹਿਸਟਰੀ ਤੁਸੀਂ ਮਤਲਬ ਸਾਡੀ ਨਹੀਂ ਲਿਖ ਰਹੇ ਤੇ ਇਹ ਨਾਂ ਤੁਹਾਡਾ ਵੀ ਉਹਦੇ ਵਿੱਚ ਆਉਣਾ ਹੈ ਕਿ ਜਿਨ੍ਹਾਂ ਨੇ ਇੰਨਾ ਸਖਤ ਮਿਹਨਤ ਕਰਕੇ ਆਉਣ ਵਾਲੀ ਜਨਰੇਸ਼ਨ ਨੂੰ ਲੈਗੇਸੀ ਜਿਹੜੀ ਆ ਸਾਡੀ ਬਜ਼ੁਰਗਾਂ ਦੀ ਉਹ ਤੁਸੀਂ ਲਿਖ ਰਹੇ ਆ। ਤੇ ਬਾਕੀ ਜਿਸ ਤਰ੍ਹਾਂ ਕੁਝ ਕਿ ਵਰਸਾਵਾਦ ਦਾ ਸਮਾਂ ਚੱਲ ਰਿਹਾ ਕਿ ਇਹ ਹੁਣ ਇਹ ਉਹਦੇ ਵਿੱਚ ਇੱਕੋ ਹੀ ਗਾਥਾ ਜਿਹੜੀ ਆ ਕੁਇਕ ਵਨ ਜਿਹੜੀ ਆ ਕਿ ਸਭ ਤੋਂ ਜਿਹੜੀ ਚੀਜ਼ ਹੈ ਕਿ ਬੁੱਧ ਧੰਮ ਦੀ ਜਿਹੜੀ ਕਿ ਸਿੱਖਿਆਵਾਂ ਨੂੰ ਸਾਰੇ ਨਿਚੋੜ ਕੱਢ ਕੇ ਤਾਂ ਉਹ ਗਾਥਾ ਮੈਂ ਸਾਰੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗਾ। ਸਭ ਪਾਪਸ ਕਰਨੰ ਕੁਸ਼ਲਸ ਉਪਸੰਪਦਾ ਸਚਿਤ ਪਰਿਜੋਧ ਪਾਨੰ ਏ ਤੰਗ ਬੁੱਧਾ ਅਨੁਸ਼ਾਸਨ। ਕਹਿਣ ਦਾ ਮਤਲਬ ਸਾਰੇ ਪਾਪ ਕਰਮਾਂ ਦਾ, ਬੁਰੇ ਕਰਮਾਂ ਦਾ ਨਹੀਂ ਕਰਨਾ, ਪੁੰਨ ਕਰਮਾਂ ਦਾ, ਚੰਗੇ ਕਰਮਾਂ ਦਾ ਕਰਨਾ ਅਤੇ ਚੰਗੇ ਕਰਮ ਕਰਦੇ ਕਰਦੇ ਆਪਣੇ ਮਨ ਨੂੰ ਸ਼ੁੱਧ ਬਣਾਈ ਰੱਖਣਾ ਹੀ ਬੁੱਧਾ ਦੀ ਸਿੱਖਿਆਵਾਂ ਹਨ। ਤੇ ਇਹਦੇ ਨਾਲ ਹੀ ਆਪ ਸਭ ਨੂੰ ਸਤਿਕਾਰ ਤੇ ਪਿਆਰ ਦੇ ਨਾਲ ਨਮੋ ਬੁੱਧਾਏ, ਜੈ ਪੀਰ, ਜੈ ਪ੍ਰਬੁੱਧ ਭਾਰਤ ਜੀ। ਥੈਂਕ ਯੂ ਜੀ। ਸਮਾਂ ਆਪਣੇ ਕੋਲ ਹੈ ਨਹੀਂ ਹੁਣ। ਮੂਰਤੀਮਾਲ ਭਜਨੋਮਲ ਜੀ ਵੀ ਵਧਾਈਆਂ ਦੇ ਰਹੇ ਰੇਖਾ ਜੀ ਨੂੰ। ਤਾਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਹੈ, ਤੁਸੀਂ ਜਿਨ੍ਹਾਂ ਨੇ ਫੋਨ ਕੀਤੇ। ਸਤਪਾਲ ਮੁਹੰਮਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਦੇਵ ਸੁਮਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਪ੍ਰੋਫੈਸਰ ਗੌਰਵ ਪਠਾਣੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਇੰਨੀ ਦੂਰੋਂ ਆਏ ਆ। ਤੇ ਨਾਲ ਜੋ ਸਾਡੀ ਟੀਮ ਹੈ ਗੌਤਮ ਰੱਤੂ ਜੀ ਔਰ ਮੁਲਕ ਰਾਜ ਬੱਦਨ ਜੀ ਜੋ ਸਾਥ ਦੇ ਰਹੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਿਨ੍ਹਾਂ ਨੇ ਫੋਨ ਕਰਕੇ ਵਧਾਈਆਂ ਦਿੱਤੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਮਾਂ ਖਤਮ ਹੋ ਗਿਆ, ਇਹਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ।